ਵੌਇਸ ਆਫ ਖਾਲਸਾ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਜੀ। ਮੈਂ ਬਲਜੀਤ ਕੌਰ ਫਤਿਹ ਅਰਜ਼ ਕਰਦੀ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੋ ਦਰਸ਼ਕੋ, ਅਸੀਂ ਕੋਈ ਨਾ ਕੋਈ ਮੁੱਦਾ ਲੈ ਕੇ ਆਪ ਜੀ ਦੇ ਰੂਬਰੂ ਹੁੰਦੇ ਹਾਂ ਜੀ, ਤੇ ਅੱਜ ਵੀ ਅਸੀਂ ਇੱਕ ਅਹਿਮ ਮੁੱਦਾ ਲੈ ਕੇ ਆਪ ਜੀ ਦੇ ਸਾਹਮਣੇ ਆਏ ਹਾਂ। ਅਸੀਂ ਗੱਲ ਕਰ ਰਹੇ ਹਾਂ ਜੀ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੀ, ਜਿੱਥੇ ਕਿ ਇੱਕ ਪਿਛਲੇ ਦਿਨੀ ਇੱਕ ਮੁੱਦਾ ਜਿਹੜਾ ਹੈ ਉਹ ਬਹੁਤ ਭਖਿਆ ਹੋਇਆ ਹੈ। ਕੁਝ ਖਬਰਾਂ ਜਿਹੜੀਆਂ ਨੇ ਪ੍ਰਿੰਟ ਮੀਡੀਆ ਦੇ ਦੁਆਰਾ ਸਾਨੂੰ ਮਿਲ ਰਹੀਆਂ ਸੀਗੀਆਂ, ਤੇ ਸੋਚਿਆ ਕਿ ਕਿਉਂ ਨਾ ਇਹਦੀ ਤਹਿ ਤੱਕ ਜਾਇਆ ਜਾਏ, ਇਸ ਮਾਮਲੇ ਦੀ ਤਹਿ ਤੱਕ ਜਾਇਆ ਜਾਏ ਕਿ ਅਸਲ ਦੇ ਵਿੱਚ ਇਹ ਹੈ ਕੀ। ਕਿਉਂਕਿ ਅਗਰ ਗੱਲ ਕਰਦੇ ਹਾਂ ਜਦੋਂ ਅਸੀਂ ਤਖਤਾਂ ਦੀ, ਤਾਂ ਇਹ ਸਾਡੇ ਧਰਮ ਦੇ ਮੁੱਖ ਕੇਂਦਰ ਨੇ, ਜਿੱਥੋਂ ਉਹਨਾਂ ਦੇ ਤੱਕ ਇਨਸਾਨੀਅਤ ਦੀ ਜਾਂ ਸਾਂਝੀਵਾਲਤਾ ਦੀ ਗੱਲ ਜਿਹੜੀ ਆ ਉਹ ਪਹੁੰਚਦੀ ਹੈ। ਤੇ ਜਦੋਂ ਇਹਨਾਂ ਸਥਾਨਾਂ ਦੇ ਉੱਤੇ ਹੀ ਕੁਝ ਇਸ ਤਰ੍ਹਾਂ ਦੀਆਂ ਖਬਰਾਂ, ਇਸ ਤਰ੍ਹਾਂ ਦੇ ਨਿਊਜ਼ ਸਾਡੇ ਸਾਹਮਣੇ ਆਉਂਦੀਆਂ ਨੇ ਕਿ ਆਪਸੀ ਜਿਹੜਾ ਤਾਲਮੇਲ ਕਮੇਟੀ ਦਾ ਉਹ ਨਹੀਂ ਬਣਦਾ, ਜਾਂ ਮੈਂਬਰਾਂ ਦੀ ਜਿਹੜੀ ਝੜਪ ਆਪਸ ਦੇ ਵਿੱਚ ਕਦੇ ਨਾ ਕਦੇ ਹੋਈ ਰਹਿੰਦੀ ਆ, ਤੇ ਉਸੇ ਹੀ ਤਰ੍ਹਾਂ ਦਾ ਇੱਕ ਮਾਮਲਾ ਸਾਡੇ ਸਾਹਮਣੇ ਆਇਆ ਸੀ, ਜਿਹਨੂੰ ਅਸੀਂ ਅੱਜ ਆਪਣੇ ਦਰਸ਼ਕਾਂ ਦੇ ਸਾਹਮਣੇ ਲੈ ਕੇ ਹਾਜ਼ਰ ਹੋਏ ਹਾਂ ਜੀ। ਦਰਸ਼ਕੋ, ਪਿਛਲੇ ਦਿਨੀ ਹਰਪਾਲ ਸਿੰਘ ਜੋਹਲ, ਜੋ ਕਿ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਕਮੇਟੀ ਦੇ ਬੋਰਡ ਦੇ ਮੈਂਬਰ ਹਨ, ਉਹਨਾਂ ਨੂੰ ਲੈ ਕੇ ਇੱਕ ਮਸਲਾ ਛਿੜਿਆ ਸੀਗਾ, ਜਿਹਦੇ ਵਿੱਚ ਸਰਦਾਰ ਭੁਪਿੰਦਰ ਸਿੰਘ ਸਾਧੂ ਅਤੇ ਇੱਥੋਂ ਦੇ ਜਥੇਦਾਰ ਗਿਆਨੀ ਰਣਜੀਤ ਸਿੰਘ ਗੋਰੇ ਮਸਕੀਨ ਜੀ ਹੁਣ ਆਮੋ ਸਾਹਮਣੇ ਜਿਹੜੇ ਨੇ ਉਹ ਹੋ ਗਏ ਹਨ। ਉਹਨਾਂ ਦੀਆਂ ਬਿਆਨਬਾਜ਼ੀਆਂ ਜਿਹੜੀਆਂ ਇਸ ਚੀਜ਼ ਨੂੰ ਲੈ ਕੇ ਸਾਹਮਣੇ ਆ ਰਹੀਆਂ ਨੇ। ਅਸੀਂ ਗਿਆਨੀ ਰਣਜੀਤ ਸਿੰਘ ਜੀ ਹੋਣਾ ਦੇ ਨਾਲ ਵੀ ਗੱਲਬਾਤ ਕੀਤੀ, ਤੇ ਅੱਜ ਅਸੀਂ ਕੋਸ਼ਿਸ਼ ਕੀਤੀ ਹੈ ਕਿ ਸਰਦਾਰ ਭੁਪਿੰਦਰ ਸਿੰਘ ਜੀ, ਜੋ ਕਿ ਤਖ਼ਤ ਸਾਹਿਬ ਦੇ ਮੁੱਖ ਪ੍ਰਸ਼ਾਸਕ ਦੇ ਤੌਰ ਤੇ ਸੇਵਾ ਨਿਭਾਉਂਦੇ ਨੇ, ਉਹਨਾਂ ਦੇ ਨਾਲ ਕਿਉਂ ਨਾ ਗੱਲ ਕੀਤੀ ਜਾਵੇ, ਕਿਉਂਕਿ ਮੁੱਦੇ ਨੂੰ ਜਦੋਂ ਅਸੀਂ ਦੋਨਾਂ ਪੱਖਾਂ ਦੇ ਨਾਲ ਵਿਚਾਰਾਂਗੇ, ਫਿਰ ਹੀ ਅਸਲ ਦੇ ਵਿੱਚ ਸੱਚਾਈ ਜਿਹੜੀ ਆ ਸਾਡੇ ਸਾਹਮਣੇ ਆਏਗੀ। ਤੇ ਆਓ ਅਸੀਂ ਉਹਨਾਂ ਦੇ ਨਾਲ ਵੀ ਗੱਲਬਾਤ ਕਰਦੇ ਹਾਂ, ਤੇ ਉਹਨਾਂ ਦੇ ਕੋਲੋਂ ਵੀ ਉਹਨਾਂ ਦਾ ਪੱਖ ਜਾਣਦੇ ਹਾਂ ਕਿ ਅਸਲ ਦੇ ਵਿੱਚ ਇਹ ਮਾਮਲਾ ਹੈ ਕੀ ਸੀ, ਤੇ ਇਹ ਇੰਨਾ ਕਿਉਂ ਵੱਧ ਰਿਹਾ ਹੈ। ਸੋ ਸਵਾਗਤ ਕਰਦੇ ਹਾਂ ਸਰਦਾਰ ਭੁਪਿੰਦਰ ਸਿੰਘ ਸਾਧੂ ਜੀ ਦਾ। ਸੋ ਭਾਈ ਸਾਹਿਬ ਜੀ, ਤੁਹਾਡਾ ਸਵਾਗਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕੀ ਫਤਿਹ ਜੀ। ਸੋ ਭਾਈ ਸਾਹਿਬ ਜੀ, ਅਸੀਂ ਸਭ ਤੋਂ ਪਹਿਲਾਂ ਤੁਹਾਡੇ ਕੋਲੋਂ ਜਾਣਨਾ ਚਾਹਾਂਗੇ ਕਿ ਬੋਰਡ ਦੇ ਮੈਂਬਰ ਦੀ ਕਮੇਟੀ ਦਾ ਜਿਹੜਾ ਹਰਪਾਲ ਸਿੰਘ ਜੌਹਲ ਜੀ ਨੇ, ਉਹਨਾਂ ਨੂੰ ਲੈ ਕੇ ਕਾਫੀ ਮੁੱਦਾ ਜਿਹੜਾ ਹੈ ਅੱਜ ਭਖਿਆ ਹੋਇਆ ਹੈ। ਜਿਸ ਤਰ੍ਹਾਂ ਤੁਸੀਂ ਆਪਣੇ ਨੋਟਿਸ ਦੇ ਵਿੱਚ ਪ੍ਰਿੰਟ ਮੀਡੀਆ ਦੇ ਵਿੱਚ ਦਿੱਤਾ ਕਿ ਸਭ ਤੋਂ ਪਹਿਲਾਂ ਅਸੀਂ ਗੱਲ ਕਰੀਏ ਰਣਜੀਤ ਸਿੰਘ ਜੀ ਹੁਣਾਂ ਦੀ, ਜੋ ਕਿ ਜਥੇਦਾਰ ਨੇ, ਉਹਨਾਂ ਦੇ ਵੱਲੋਂ ਕੁਝ ਤਬਦੀਲੀਆਂ ਜਿਹੜੀਆਂ ਨੇ ਤਖ਼ਤ ਸਾਹਿਬ ਦੇ ਵਿੱਚ ਕੀਤੀਆਂ ਗਈਆਂ ਨੇ, ਰਾਗੀਆਂ ਨੂੰ ਲੈ ਕੇ, ਜਾਂ ਅੰਦਰ ਜਿਹੜੇ ਸੇਵਾਦਾਰ ਨੇ ਉਹਨਾਂ ਨੂੰ ਲੈ ਕੇ, ਜਾਂ ਹੋਰ ਕਈ ਤਰ੍ਹਾਂ ਦੇ ਮਾਮਲੇ ਜਿਹੜੇ ਨੇ ਸਾਹਮਣੇ ਆਏ ਨੇ ਕਿ ਉਹਨਾਂ ਦੇ ਵੱਲੋਂ ਕੁਝ ਫੈਸਲੇ ਜਿਹੜੇ ਨੇ ਉਹ ਲਿੱਤੇ ਗਏ ਨੇ, ਤੇ ਉੱਥੇ ਹੀ ਹਰਪਾਲ ਸਿੰਘ ਜੋਹਲ ਨੂੰ ਵੀ ਜਿਹੜਾ ਹੈ ਉਹ ਤਨਖਾਹੀਆ ਕੀਤਾ ਗਿਆ ਹੈ। ਤੇ ਉਹਦੇ ਬਾਰੇ ਤੁਸੀਂ ਜਿਹੜਾ ਆਪਣਾ ਬਿਆਨ ਦਿੱਤਾ ਕਿ ਉਹ ਜਿਹੜੇ ਤਨਖਾਹੀਏ ਉਹਨਾਂ ਦੇ ਹੱਕ ਦੇ ਵਿੱਚ ਅਸੀਂ ਕਹਿ ਲਈਏ, ਜਾਂ ਫਿਰ ਕਿ ਤੁਸੀਂ ਆਪਣਾ ਪੱਖ ਸਾਹਮਣੇ ਰੱਖਿਆ ਕਿ ਇਹ ਜਿਹੜਾ ਇੱਕ ਸਹੀ ਫੈਸਲਾ ਨਹੀਂ ਹੈ। ਤੁਸੀਂ ਇਸ ਚੀਜ਼ ਦੇ ਵਿਰੋਧ ਦੇ ਵਿੱਚ ਕਿਉਂ, ਕੀ ਕਾਰਨ ਹੈ ਇਹਦਾ? ਮੈਂ ਤੁਹਾਡਾ ਬਹੁਤ-ਬਹੁਤ ਧੰਨਵਾਦੀ ਹਾਂ। ਤੁਸੀਂ ਮੈਨੂੰ ਸਮਾਂ ਦਿੱਤਾ ਔਰ ਮੈਨੂੰ ਇਹ ਪ੍ਰਸ਼ਨ ਕਰਕੇ ਇੱਕ ਮੈਂ ਸਮਝਦਾ ਹਾਂ ਜਿਹੜੇ ਪਿਛਲੇ ਦਿਨੇ ਬਿਆਨ ਗਏ ਨੇ ਉਹਦੇ ਵਿੱਚ ਉਸ ਦਾ ਸਪਸ਼ਟੀਕਰਨ ਹੋਰ ਵਿਸਤਾਰ ਨਾਲ ਦੇਣ ਵਿੱਚ ਮੈਨੂੰ ਮੌਕਾ ਦਿੱਤਾ ਹੈ। ਮੈਂ ਇਹਦੇ ਵਿੱਚ 3 ਗੱਲਾਂ ਨੇ ਵੱਖ-ਵੱਖ, ਜਿਹੜੀਆਂ ਕਿ ਸਿੰਘ ਸਾਹਿਬ ਗਿਆਨੀ ਰਣਜੀਤ ਸਿੰਘ ਹੋਰਾਂ ਨੂੰ ਲੈ ਕੇ, ਔਰ ਹਰਪਾਲ ਸਿੰਘ ਜੌਹਲ ਜੋ ਕਿ ਕੋਆਪਟੇਡ ਮੈਂਬਰ ਨੇ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੀ ਕਮੇਟੀ ਦੇ ਵਿੱਚ, ਔਰ ਮੈਂ ਆਪਣੇ ਬਾਰੇ ਵੀ ਜਿਹੜਾ ਹੈ ਇਹਦੇ ਵਿੱਚ ਗੱਲ ਕਰਨਾ ਚਾਹਾਂਗਾ ਜੇ ਮੈਨੂੰ ਸਮਾਂ ਦਿਓਗੇ। ਮੈਂ ਸ਼ੁਰੂਆਤੀ ਗੱਲ ਕਰਦਾ ਕਿ ਮੇਰੇ ਬਿਆਨ ਨੂੰ ਸ਼ਾਇਦ ਕਈਆਂ ਨੇ ਸਰਾਇਆ ਹੈ ਤੇ ਕਈਆਂ ਨੇ ਉਸ ਦਾ ਥੋੜ੍ਹਾ ਜਿਹਾ, ਮੈਂ ਸਮਝਦਾ, ਉਹਨੂੰ ਸਮਝਣ ਵਿੱਚ ਆਸਮਝੀ ਹੋ ਗਈ ਉਹਨਾਂ ਤੋਂ, ਜਾਂ ਉਸ ਨੂੰ ਗਲਤ ਢੰਗ ਨਾਲ ਲੈ ਲਿਆ। ਮੈਂ ਆਪਣੇ ਬਿਆਨ ਦੇ ਵਿੱਚ ਸਪਸ਼ਟ ਹੈ ਕਿਹਾ ਹੈ ਕਿ ਵੀ ਸਿੰਘ ਸਾਹਿਬ ਨੂੰ ਨਿਯੁਕਤੀਆਂ ਦਾ, ਤਬਾਦਲੀਆਂ ਕਰਨ ਦਾ, ਔਰ ਜੋ ਉਹਨਾਂ ਨੇ ਫੈਸਲੇ ਆਪਸ ਵਿੱਚ ਕਰਕੇ ਇੱਕ ਪ੍ਰਬੰਧਕੀ ਕਮੇਟੀ ਨੂੰ ਆਦੇਸ਼ ਜਾਰੀ ਕੀਤਾ ਹੈ ਕਿ ਜੀ 40 ਸਾਲ ਤੋਂ ਵੱਧ ਦੇ ਜਿਹੜੇ ਉਮਰ ਦੇ ਨੇ ਉਹਨਾਂ ਨੂੰ ਸੇਵਾ ਵਿੱਚ ਲਈ ਜਾਵੇ, ਉਹਨਾਂ ਦੀਆਂ ਨਿਯੁਕਤੀਆਂ ਕੀਤੀਆਂ ਜਾਣ। ਮੈਂ ਸਮਝਦਾ ਵਾਂ ਕਿ ਇਹ ਜਿਹੜਾ ਕੰਮ ਹੈ ਇਹ ਪ੍ਰਬੰਧਕੀ ਢਾਂਚੇ ਦਾ ਕੰਮ ਹੈ, ਔਰ ਇਸ ਪ੍ਰਬੰਧਕੀ ਢਾਂਚੇ ਨੂੰ ਦੇਖਣ ਲਈ ਧਰਮ ਪ੍ਰਚਾਰ ਕਮੇਟੀ ਹੁੰਦੀ ਹੈ, ਔਰ ਉਹਦੇ ਅੱਜ ਮੌਜੂਦਾ ਪ੍ਰਧਾਨ ਸਾਡੇ ਕੋਲ ਲਖਵਿੰਦਰ ਸਿੰਘ ਜੀ ਹੈਗੇ ਨੇ, ਜੋ ਮੈਂਬਰ ਵੀ ਨੇ ਔਰ ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਨੇ। ਮੈਂ ਸਮਝਦਾ ਬਿਹਤਰ ਹੁੰਦਾ ਕਿ ਉਹਨਾਂ ਨਾਲ ਸਲਾਹ ਕਰਕੇ ਤੇ ਉਹ ਆਪਣੀ ਇੱਕ ਸਿਫਾਰਿਸ਼ ਭੇਜਦੇ, ਨਾ ਕਿ ਇੱਕ ਆਦੇਸ਼ ਦਿੰਦੇ। ਸਿਫਾਰਿਸ਼ ਹੁੰਦੀ ਹੈ ਔਰ ਆਦੇਸ਼ ਦੇ ਵਿੱਚ ਥੋੜ੍ਹਾ ਜਿਹਾ ਅੰਤਰ ਹੈ।
ਆਦੇਸ਼ ਸੰਦੇਸ਼ ਜੋ ਉਹ ਜਿਸ ਉਹ ਪਦਵੀ ਤੇ ਹਨ, ਮੈਂ ਸਮਝਦਾ ਜਿਹੜੀ ਪਦਵੀ ਸਿੰਘ ਸਾਹਿਬ ਦੀ ਹੈ ਉਹ ਬਹੁਤ ਹੀ ਸਤਿਕਾਰਕ ਪਦਵੀ ਹੈ। ਉਹਦੇ ਲਈ ਉਹਦਾ ਸਤਿਕਾਰ ਕਰਨਾ ਮੇਰੇ ਅਤੇ ਹਰ ਉਸ ਸਿੱਖ ਦਾ ਫਰਜ਼ ਬਣਦਾ ਹੈ ਜੋ 10 ਪਾਤਸ਼ਾਹੀਆਂ ਤੋਂ ਲੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਆਪਣਾ ਆਸ਼ਾ ਰੱਖਦਾ ਔਰ ਉਸ ਨੂੰ ਆਪਣਾ ਗੁਰੂ ਮੰਨਦਾ ਹੈ। ਔਰ ਮੈਂ ਸਮਝਦਾ ਉਸ ਤੋਂ ਵੱਧ ਜ਼ਿੰਮੇਵਾਰੀ ਉਸ ਇਨਸਾਨ ਦੀ, ਉਸ ਸ਼ਖਸੀਅਤ ਦੀ ਹੁੰਦੀ ਹੈ ਜਿਹੜਾ ਕਿ ਉਸ ਅਹੁਦੇ ਤੇ ਹੋਵੇ ਔਰ ਉਸ ਅਹੁਦੇ ਤੇ ਰਹਿ ਕੇ ਉਸ ਗੱਦੀ ਦਾ, ਉਸ ਸਥਾਨ ਦੀ ਮਾਨ ਮਰਿਆਦਾ ਪੰਥ ਕੌਮ ਵਿੱਚ ਕਾਇਮ ਰਹਿ ਸਕੇ। ਉਹਦੀ ਉਸ ਤੋਂ ਵੱਧ ਜ਼ਿੰਮੇਵਾਰੀ ਬਣ ਜਾਂਦੀ ਹੈ ਉਸ ਇਨਸਾਨ ਨੂੰ ਊਚ ਨੀਚ, ਜਾਤ ਪਾਤ, ਦਵੈਸ਼, ਈਰਖਾ ਤੋਂ ਹਟ ਕੇ ਇਹ ਸਾਰੇ ਜਿਹੜੇ ਆ ਕੰਮ ਉੱਥੇ ਕਰਨੇ ਚਾਹੀਦੇ ਨੇ ਔਰ ਉੱਥੇ ਬੈਠ ਕੇ ਜਿਹੜੇ ਐਸੇ ਫੈਸਲੇ ਔਰ ਸੰਦੇਸ਼ ਦੇਣੇ ਚਾਹੀਦੇ ਨੇ ਜਿਹੜੇ ਕੌਮ ਲਈ ਇੱਕ ਦਿਸ਼ਾ ਨਿਰਦੇਸ਼ ਹੋਣ। ਕਈ ਵਾਰੀ ਇਹ ਫੈਸਲੇ ਦੇਖੇ ਜਾਂਦੇ ਨੇ ਕਿ ਜਿਹੜੇ ਕਿਧਰੇ ਨਾ ਕਿਧਰੇ ਮੈਂ ਸਮਝਦਾ ਵਾਂ ਇੱਕ ਉਹੀ ਮੰਤਸ਼ਾਹੀ ਵੱਲ ਜਾਣ ਦਾ ਇਸ਼ਾਰਾ ਕਰ ਦਿੰਦੇ ਵੀ ਜਦੋਂ ਇੱਕ ਸਿੰਘ ਸਾਹਿਬ ਜਾਂ ਇਹ ਕਹਿ ਦੇਣ ਕਿ ਮੈਂ ਕਮੇਟੀ ਨੂੰ ਆਦੇਸ਼ ਦੇ ਰਿਹਾ, ਕਮੇਟੀਆਂ ਦਿੱਲੀ ਕਮੇਟੀ, ਸ਼੍ਰੋਮਣੀ ਕਮੇਟੀ, ਹਜੂਰ ਸਾਹਿਬ ਦੀ ਕਮੇਟੀ, ਪਟਨਾ ਸਾਹਿਬ ਦੀ ਕਮੇਟੀ ਇਲੈਕਸ਼ਨਾਂ ਦੇ ਕਰਕੇ, ਚੋਣਾਂ ਦੇ ਨਾਲ, ਕੋਆਪਟੇਟ ਦੇ ਨਾਲ ਔਰ ਜੱਜਾਂ ਦੇ ਭੇਜਣ ਦੇ ਨਾਲ ਇੱਕ ਬੜੀ ਵੱਡੀ ਪ੍ਰਤੀਕਿਰਿਆ ਹੁੰਦੀ ਹੈ ਜਿਹੜੀ ਮੈਂ ਸਮਝਦਾ ਅਗਰ ਇਹ ਖਾਲੀ ਜਥੇਦਾਰਾਂ ਨੇ ਇਹਦਾ ਫੈਸਲਾ ਕਰਨਾ ਤਾਂ ਫਿਰ ਇਹ ਕਮੇਟੀਆਂ ਦਾ ਕੋਈ ਅਹਿਮੀਅਤ ਨਹੀਂ ਰਹਿ ਜਾਂਦੀ। ਫਿਰ ਮੈਂ ਸਮਝਦਾ ਵਾਂ ਬਈ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਸ਼੍ਰੋਮਣੀ ਕਮੇਟੀ ਸੰਭਾਲ ਲੈਣ, ਦਿੱਲੀ ਦੀ ਕਮੇਟੀ ਉੱਥੋਂ ਦੇ ਹੈੱਡ ਗ੍ਰੰਥੀ ਜਿਹੜੇ ਨੇ ਜਿਨ੍ਹਾਂ ਨੂੰ ਬਹੁਤੇ ਸਿਆਣੇ ਗਿਣਦੇ ਨੇ ਉਹ ਗਿਆਨੀ ਉੱਥੇ ਵੀ ਗਿਆਨੀ ਰਣਜੀਤ ਸਿੰਘ ਨੇ, ਉਹ ਸੰਭਾਲ ਲੈਣ ਤੇ ਇੱਥੇ ਇਹ ਸਾਂਭ ਲੈਣ ਤੇ ਫਿਰ ਸਾਰੇ ਆਪਣੇ ਘਰੋਂ ਘਰੀ ਆਪਾਂ ਜਾਈਏ ਤੇ ਫਿਰ ਉਹੀ ਮਨਸ਼ਾਹੀ ਵੱਲ ਵੀ ਇਕੱਲੇ ਹੀ ਉਹ ਬੰਦੇ ਦੇਣ। ਕਿਉਂਕਿ ਇਹਦੇ ਵਿੱਚ ਤੁਸੀਂ ਪਿਛਲਾ ਇਤਿਹਾਸ ਵੇਖੋ, ਮੈਂ ਕੋਈ ਇਹਦੇ ਵਿੱਚ ਗਲਤ ਨਹੀਂ ਕਰ ਰਿਹਾ, ਮੈਂ ਪਿਛਲਾ ਇਤਿਹਾਸ ਵੀ ਦੱਸਣ ਜਾ ਰਿਹਾ ਕਿਉਂਕਿ ਸਾਡੇ ਸਿੰਘ ਸਾਹਿਬਾਂ ਵੱਲੋਂ ਕਈ ਗਲਤ ਫੈਸਲੇ ਹੋਏ ਨੇ ਜਿਹੜੇ ਕੌਮ ਨੂੰ ਬੜੀ ਨਮੋਸ਼ੀ ਵੱਲ ਧੱਕਿਆ ਗਿਆ ਹੈ। ਔਰ ਸੇਮ ਉਸੇ ਢੰਗ ਨਾਲ ਮੇਰੇ ਸਿਰਫ ਇੱਕ ਇਹ ਕੋਸ਼ਿਸ਼ ਹੈ ਕਿ ਵੀ ਅਸੀਂ ਮੁੜ ਜੋ ਪਿਛਲੇ ਸਿੰਘ ਸਾਹਿਬ ਇੱਥੇ ਤਖਤ ਪਟਨਾ ਸਾਹਿਬ ਦੇ ਸਨ ਉਹਨਾਂ ਨੇ ਜੋ ਫੈਸਲੇ ਲਿੱਤੇ ਔਰ ਉਹ ਪ੍ਰਬੰਧਕੀ ਕਮੇਟੀ ਨਾਲ ਜਿਸ ਢੰਗ ਨਾਲ ਉਹਨਾਂ ਦਾ ਆਮਨਾ ਸਾਹਮਣਾ ਰਿਹਾ ਔਰ ਉਹਨਾਂ ਨੇ ਪ੍ਰਬੰਧਕੀ ਕਮੇਟੀ ਨੂੰ ਕੰਮ ਕਰਨ ਤੋਂ ਰੋਕਿਆ ਔਰ ਨਾਜਾਇਜ਼ ਢੰਗ ਨਾਲ ਇਹਦੇ ਵਿੱਚ ਜ਼ਿਕਰ ਕਰਦਾ ਜਿਹੜੇ ਤਨਖਾਹੀਆ ਕੀਤੇ ਜਦਕਿ ਉਹ ਅਹੁਦੇ ਤੇ ਨਹੀਂ ਸਨ ਉਹਨਾਂ ਨੂੰ ਕਮੇਟੀ ਨੂੰ ਕੱਢ ਦਿੱਤਾ। ਹੁਣ ਗਿਆਨੀ ਰਣਜੀਤ ਸਿੰਘ ਵੀ ਸ਼ਾਇਦ ਮੈਂ ਕਿਧਰੇ ਨਾ ਕਿਧਰੇ ਉਸ ਹੀ ਲੜੀ ਦੇ ਵਿੱਚ ਕਿਧਰੇ ਉਧਰ ਹੀ ਨਾ ਜਾ ਰਹੇ ਹੋਣ। ਮੈਂ ਸਿਰਫ ਉਹਨਾਂ ਨੂੰ ਇਸ ਕਰਕੇ ਬੇਨਤੀ ਕੀਤੀ ਵੀ ਉਹ ਪ੍ਰਬੰਧਕੀ ਢਾਂਚੇ ਤੋਂ ਪਰੇ ਰਹਿ ਕੇ ਸਗੋਂ ਸਹਿਯੋਗ ਕਰਨ ਔਰ ਆਪਣੀ ਮਾਨ ਮਰਿਆਦਾ ਵੱਲ, ਉੱਥੋਂ ਦੀ ਜਿਹੜੀ ਮਰਿਆਦਾ ਪਿਛਲੇ ਸਮੇਂ ਦੇ ਵਿੱਚੋਂ ਦੀ ਘਟੀਆਂ ਸਨ ਜਾਂ ਕਈ ਕੁਤਾਹੀਆਂ ਹੋਈਆਂ ਸਨ ਉਹਨਾਂ ਵੱਲ ਧਿਆਨ ਦੇ ਕੇ ਸ਼ਾਇਦ ਉਹਨਾਂ ਨੂੰ ਬਹਾਲ ਕਰਨ ਵਿੱਚ ਸਾਡਾ ਸਾਥ ਦੇਣ। ਮੇਰਾ ਹੋਰ ਉਹਨਾਂ ਦੇ ਪ੍ਰਤੀ ਸਿੰਘ ਸਾਹਿਬ ਦੇ ਪ੍ਰਤੀ ਕੋਈ ਐਸਾ ਕਹਿਣਾ ਨਹੀਂ ਹੈ। ਕਾਫੀ ਗੱਲਾਂ ਨੇ ਖੈਰ ਉਹ ਇਸ ਜਗ੍ਹਾ ਤੇ ਔਰ ਇਸ ਤਰੀਕੇ ਨਾਲ ਕਹਿਣੀਆਂ ਵਾਜਬ ਨਹੀਂ ਨੇ, ਲੇਕਿਨ ਇਸ਼ਾਰਾ ਮੈਂ ਜ਼ਰੂਰ ਦਿਆਂਗਾ। ਔਰ ਦੂਸਰੀ ਗੱਲ ਹੈ ਕਿ ਵੀ ਹਰਪਾਲ ਸਿੰਘ ਜੌਲ ਗੁਰਸਿੱਖ ਸਿੱਖ ਹੈ ਨੇ, ਇਹਦੇ ਬਾਰੇ ਮੈਂ ਨਹੀਂ ਕਹਿੰਦਾ, ਲੇਕਿਨ ਮੈਂ ਇਹ ਕਹਿਣਾ ਜ਼ਰੂਰ ਸਮਝਦਾ ਵਾਂ ਕਿ ਵੀ ਇਹੋ ਜਿਹੇ ਵਿਅਕਤੀ ਜਿਹਦੀ ਬਾਣੀ ਔਰ ਜਿਸ ਨੂੰ ਇਹ ਨਹੀਂ ਪਤਾ ਕਿ ਵੀ ਉਹ ਕਿਸ ਨੂੰ ਕਿਸ ਸਮੇਂ ਕੀ ਕਹਿ ਰਿਹਾ ਹੈ ਔਰ ਐਡੇ ਵੱਡੇ ਤਖਤ ਸਾਹਿਬ ਤੇ ਮੈਂਬਰ ਹੋਣਾ, ਮੈਂ ਸਮਝਦਾ ਇੱਕ ਗੁਰਦੁਆਰੇ ਕਿਸੇ ਵੀ ਗੁਰਧਾਮ ਦੇ ਮੈਂਬਰ ਦੀ ਜਿਹੜੀ ਬਾਣੀ ਹੈ ਔਰ ਉਹਦਾ ਕਾਰ ਵਿਹਾਰ ਹੈ ਬੜਾ ਪੋਜ਼ਿਟਿਵ ਔਰ ਬੜਾ ਸਾਫ ਸੁਥਰਾ ਔਰ ਗੁਰਮਤ ਦੇ ਸਿਧਾਂਤ, ਗੁਰਮਤ ਦੀ ਰੋਸ਼ਨੀ ਵਿੱਚ ਹੋਣਾ ਚਾਹੀਦਾ ਹੈ। ਔਰ ਮੈਂ ਸਮਝਦਾ ਅਗਰ ਇਹੋ ਜਿਹੇ ਮੈਂਬਰ ਹੋਣਗੇ ਤਾਂ ਇਹ ਸੁਧਾਰ ਵਾਲੀ ਜਿਹੜੀ ਗੱਲ ਹੈ ਉਹ ਬਹੁਤ ਪਿੱਛੇ ਚਲੀ ਜਾਏਗੀ। ਅਸੀਂ ਸਿਰਫ ਲੜਾਈਆਂ ਵਿੱਚ ਔਰ ਬਹਿਸਾਂ ਵਿੱਚ ਚਲੇ ਜਾਵਾਂਗੇ। ਇਹੋ ਜਿਹੇ ਮੈਂਬਰਾਂ ਨੂੰ ਜਿਹੜਾ ਕਿ ਮੈਂ ਸਮਝਦਾ ਮੈਂਬਰ ਹੀ ਨਹੀਂ ਹੋਣਾ ਚਾਹੀਦਾ। ਮੈਂ ਇਸ ਬਾਰੇ ਆਪ ਜੀ ਨੂੰ ਸਪਸ਼ਟ ਕਰ ਦਿੰਦਾ ਕਿ ਮੈਂ ਉਹਨਾਂ ਦੇ ਖਿਲਾਫ ਮੈਂ ਆਲਰੇਡੀ ਅਕਾਲ ਤਖਤ ਸਾਹਿਬ ਤੇ ਇੱਕ ਪੱਤਰ ਭੇਜ ਚੁੱਕਾ। ਇੱਕ ਮੈਂ ਫਿਰ ਦੁਬਾਰਾ ਭੇਜਿਆ ਔਰ ਮੈਂ ਸਿੰਘ ਸਾਹਿਬ ਦੇ WhatsApp ਤੇ ਵੀ ਇੱਕ ਮੈਸੇਜ ਭੇਜਿਆ। ਉਹਦੇ ਵਿੱਚ ਮੈਂ ਸਾਫ਼ ਇਹ ਮੰਗ ਵੀ ਕੀਤੀ ਹੈ ਔਰ ਮੈਂ ਦੱਸਿਆ ਵੀ ਹੈ ਕਿ ਹਰਪਾਲ ਸਿੰਘ ਜੌਲ ਨੂੰ ਜੋ ਸਿੰਘ ਸਾਹਿਬ ਗਿਆਨੀ ਰਣਜੀਤ ਸਿੰਘ ਹੋਰਾਂ ਨੇ ਜਿਸ ਢੰਗ ਨਾਲ ਤਨਖਾਹੀਆ ਕੀਤਾ ਹੈ, ਮੈਂ ਉਹਨੂੰ ਅੱਜ ਵੀ ਸਹਿਮਤ ਨਹੀਂ ਹੈ, ਮੈਂ ਉਸਨੂੰ ਅੱਜ ਵੀ ਸਹੀ ਨਹੀਂ ਸਮਝਦਾ ਕਿਉਂਕਿ ਉਹਨਾਂ ਨੇ ਉਹਦੀ ਆਡੀਓ ਦੇ ਵਿੱਚ ਉਹਨਾਂ ਦੇ ਖਰਚਿਆਂ ਬਾਰੇ ਜਾਂ ਪ੍ਰਬੰਧਕੀ ਕਮੇਟੀਆਂ ਦੇ ਗੱਲ ਬਾਰੇ ਕੀਤਾ। ਉਹ ਇੱਕ ਹਰ ਮੈਂਬਰ ਦਾ ਹੱਕ ਹੈ ਔਰ ਉਹ ਕਿਸੇ ਆਮ ਸਿੱਖ ਦਾ ਵੀ ਹੱਕ ਹੈ। ਉਹਦੇ ਕਰਕੇ ਅਸੀਂ ਉਹਨੂੰ ਕਿਸੇ ਗੱਲ ਤੇ ਤਲਬ ਨਹੀਂ ਕਰ ਸਕਦੇ ਜਾਂ ਕਿਸੇ ਗੱਲ ਤੇ ਉਹਨੂੰ ਕਹਿ ਨਹੀਂ ਸਕਦੇ। ਉਹਨੂੰ ਸਿਰਫ ਪਰਸਨਲੀ ਬੇਸ਼ੱਕ ਮੈਂ ਸਮਝਦਾ ਵਾਂ ਗੱਲ ਕਰਨੀ ਚਾਹੀਦੀ ਸੀ ਜਾਂ ਬੈਠਦਾ ਤਖਤ ਤੇ ਜਦੋਂ ਆਉਂਦੇ ਨੇ ਤੇ ਗੱਲ ਕਰਦੇ ਵੀ ਭਾਈ ਸਾਹਿਬ ਜੀ ਤੁਸੀਂ ਇਹ ਗੱਲ ਕੀਤੀ, ਉਸ ਤਰ੍ਹਾਂ ਗੱਲ ਹੋ ਜਾਂਦੀ। ਲੇਕਿਨ ਤਨਖਾਹੀਆ ਕਰਨ ਦਾ ਮਤਲਬ ਹੈਗਾ ਕਿ ਤੁਸੀਂ ਇੱਕ ਕਿਸੇ ਦੇ ਵੀ ਆਵਾਜ਼ ਨੂੰ, ਭਾਵੇਂ ਉਹ ਗਲਤ ਹੈ ਭਾਵੇਂ ਉਹ ਸਹੀ ਹੈ, ਉਸ ਨੂੰ ਬੁਲਾ ਕੇ ਉਸ ਨੂੰ ਮਹੀਨੇ 2 ਮਹੀਨੇ ਤਲਬ ਕਰ ਦੇਣਾ ਜਦਕਿ ਇਹ ਸਮਾਂ ਲਾਕਡਾਊਨ ਦਾ ਹਰ ਪਾਸੇ ਜਿਹੜਾ ਆਉਣ ਜਾਂਦਾ ਔਰ ਉਹਨੂੰ ਤਨਖਾਹੀਆ ਕਰ ਦੇਣਾ ਉਹ ਮੈਂ ਜਾਇਜ਼ ਨਹੀਂ ਸਮਝਦਾ। ਤਨਖਾਹੀਆ ਕਰਨ ਦਾ ਇੱਕ ਕਾਰਨ ਸੀਗਾ
ਸਿੰਘ ਸਾਹਿਬ ਨੇ, ਮੈਨੂੰ ਨਹੀਂ ਪਤਾ ਉਹ ਕਿਉਂ ਨਹੀਂ ਲਿਆ, ਉਹ ਹੁਣ ਉਹਨਾਂ ਦੀ ਕੀ ਵਜ੍ਹਾ ਹੈ, ਜਾਂ ਉਹਨਾਂ ਦੇ ਨਾਲ ਦੇ ਉਹਨਾਂ ਦੇ ਸਾਥੀ ਸਿੰਘ ਸਾਹਿਬ ਕਿਉਂ ਨਹੀਂ ਇਸ ਗੱਲ ਨੂੰ ਲੈ ਰਹੇ, ਇਹਦੇ ਵਿੱਚ ਵੀ ਕਈ ਰਾਜ਼ ਹੈਗੇ ਨੇ। ਮੈਂ ਆਪ ਜੀ ਨੂੰ ਦੱਸ ਦੇਣਾ, ਜਿਸ ਵੀਡੀਓ ਦੀ ਗੱਲ ਸਿੰਘ ਸਾਹਿਬ ਕਰਦੇ ਨੇ, ਜਿਸ ਦੇ ਵਿੱਚ ਉਹਨਾਂ ਨੇ ਜੋ ਗੱਲਾਂ ਕਹੀਆਂ ਨੇ, ਜਿਹਦੇ ਨੂੰ ਕਹਿੰਦੇ ਜੀ ਇਹ ਤਖਤ ਸਾਹਿਬ ਦੀ ਮਾਨ ਮਰਿਆਦਾ ਨੂੰ ਢਾਹ ਲੱਗੀ ਹੈ, ਉਸ ਤੋਂ ਇਲਾਵਾ ਵੀ ਉਹਨਾਂ ਨੇ ਉਹਦੇ ਵਿੱਚ, ਅਗਰ ਤੁਸੀਂ ਸੁਣੋਗੇ ਜਾ ਕੇ, ਤੇ ਉਹ ਹਰਪਾਲ ਸਿੰਘ ਜ਼ੋਹਲ ਹੋਰਾਂ ਨੇ ਦਾਸ ਬਾਰੇ, ਕਲਕੱਤਾ ਸਮਾਗਮ ਸੀਗਾ ਜੀ 550 ਸਾਲਾ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਪ੍ਰਕਾਸ਼ ਪੁਰਬ ਨੂੰ ਲੈ ਕੇ ਕਲਕੱਤਾ ਸਮਾਗਮ ਕਲਕੱਤਾ ਦੀ ਸੰਗਤ ਨੇ ਰੱਖਿਆ ਸੀ, ਤੇ ਦਾਸ ਉੱਥੇ ਸ਼ਮੂਲੀਅਤ ਕਰ ਰਿਹਾ ਸੀ ਔਰ ਉਹਦੇ ਵਿੱਚ ਸਟੇਜ ਤੇ ਸੀਗਾ। ਇਹਨਾਂ ਨੇ ਉਸ ਚੀਜ਼ ਦਾ ਨੋਟਿਸ ਲੈਂਦੇ ਹੋਏ ਇੱਕ ਕਟਾਕਸ਼ ਕੀਤਾ ਸੀਗਾ ਕਿ ਵੀ ਲੰਬਾ ਦਾੜਾ ਲੈ ਕੇ ਦੇਖੋ ਉੱਤੇ ਬੈਠਾ, ਇਹਦਾ ਵਿਰੋਧ ਸੋ ਐਂਡ ਸੋ, ਕਈ ਪ੍ਰਧਾਨਾਂ ਦੇ ਵੀ ਉਹਨਾਂ ਨੇ ਉਹਦੇ ਵਿੱਚ ਜ਼ਿਕਰ ਕੀਤਾ, ਜਿਹੜਾ ਮੈਂ ਨਹੀਂ ਸਮਝਦਾ ਇੱਥੇ ਕਹਿਣਾ, ਜਾਂ ਮੈਂ ਸਮਝਦਾ ਹੁਣ ਉਹਨਾਂ ਨੇ ਸਿੱਧਾ ਜਿਹੜਾ ਨਾਮ ਹੈ ਅਕਾਲੀ ਦਲ ਦੇ ਪ੍ਰਧਾਨ ਦਾ ਵੀ ਇਹਦੇ ਵਿੱਚ ਲੈ ਲਿਆ ਸੀਗਾ, ਵੀ ਉਹ ਵਿਰੋਧ ਕਰਦੇ, ਇਹ ਬੰਦਾ ਜਿਹੜਾ ਫਲਾਣੀ ਪਾਰਟੀ ਦਾ, ਇਹਨੂੰ ਨਹੀਂ ਹੋਣਾ ਚਾਹੀਦਾ, ਤੇ ਇਹ ਇਦਾਂ ਕਿਉਂ ਬੈਠਾ। ਮੈਂ ਇਹਦੇ ਬਾਰੇ ਬਕਾਇਦਾ ਅਕਾਲ ਤਖਤ ਸਾਹਿਬ ਤੇ ਕੰਪਲੇਂਟ ਵੀ ਭੇਜੀ ਸੀ ਔਰ ਦੁਬਾਰਾ ਭੇਜੀ ਹੈ ਕਿ ਜਿਸ ਕਰਕੇ ਉਹਨਾਂ ਨੂੰ ਤਲਬ ਕਰਨਾ ਚਾਹੀਦਾ ਔਰ ਉਹਨਾਂ ਨੂੰ ਪੁੱਛਣਾ ਚਾਹੀਦਾ ਹੈ ਕਿ ਗੁਰੂ ਸਾਹਿਬ ਦੇ 5 ਕਕਾਰਾਂ ਨੂੰ ਜੇ ਤੁਸੀਂ ਗਲਤ ਢੰਗ ਨਾਲ ਬੋਲੋਗੇ, ਉਹਨਾਂ ਦੇ ਬਾਰੇ ਗਲਤ ਬਿਆਨਬਾਜ਼ੀਆਂ ਕਰੋਗੇ, ਤੇ ਅਗਰ ਮੈਂਬਰ ਹੋ ਕੇ ਤੁਸੀਂ ਕਰੋਗੇ, ਮੈਂ ਤਾਂ ਸਮਝਦਾ ਇੱਕ ਸਿੱਖ ਦਾ ਔਰ ਇਹੋ ਜਿਹੀਆਂ ਸ਼ਖਸੀਅਤਾਂ ਦਾ ਤੇ ਬੋਲਣਾ ਬਣਦਾ ਹੀ ਨਹੀਂ ਹੈ। ਜੇ ਅਗਰ ਇਹੋ ਜਿਹੇ ਲੋਕ ਇਹੋ ਜਿਹੇ ਬਿਆਨ ਕਰਨ, ਤਾਂ ਅਸੀਂ ਜਿਹੜੇ ਪੰਥ ਵਿਰੋਧੀ ਲੋਕ ਨੇ, ਜਿਹੜੇ ਕਿ ਆਏ ਦਿਨ ਸਾਡੇ ਕਕਾਰਾਂ ਨੂੰ ਲੈ ਕੇ ਜਵਾਬ ਸਵਾਲ ਕਰਦੇ ਨੇ ਔਰ ਉੱਚ ਨੀਚ ਬੋਲਦੇ ਨੇ, ਇਹੋ ਜਿਹੀਆਂ ਗੱਲਾਂ ਕਰਦੇ ਨੇ, ਉਹਨਾਂ ਨੂੰ ਕਿਵੇਂ ਠੱਲ ਪਾਈ ਜਾ ਸਕਦੀ ਹੈ, ਹਨਾ। ਜਦ ਕਿ ਤੁਸੀਂ ਅਗਰ ਅਸੀਂ ਆਪਣੀਆਂ ਰਹਿਤ ਮਰਿਆਦਿਆਂ ਦੇ ਵਿੱਚ ਦੀ ਗੱਲਾਂ ਕਰੀਏ, ਤੇ ਕੇਸਾਂ ਨੂੰ ਔਰ ਦਾੜਾਂ ਨੂੰ ਲੈ ਕੇ ਬੜੀਆਂ ਉਦਾਹਰਨ ਮਿਲ ਜਾਂਦੇ ਨੇ ਮਹਾਰਾਜ ਦੇ, ਜਿਹੜੀ ਇਸ ਕੇਸਾਂ ਨੂੰ ਬਖਸ਼ਿਆ ਵੀ ਕੇਸ ਗੁਰੂ ਦੀ ਮੋਹਰ ਹਨ, ਹਨਾ, ਔਰ ਸਾਬਤ ਸੂਰਾ ਸਿੱਧਾ ਦਾੜਾ, ਇਹ ਰਹਿਤਨਾਮਿਆਂ ਦੇ ਵਿੱਚ ਗੱਲ ਆਉਂਦੀ ਹੈ। ਔਰ ਮੈਂ ਸਮਝਦਾ ਅਗਰ ਇਸ ਚੀਜ਼ ਨੂੰ ਲੈ ਕੇ ਉਹਨਾਂ ਨੂੰ ਤਖਤ ਸਾਹਿਬ ਤੇ ਸਪਸ਼ਟੀਕਰਨ ਲਈ ਬੁਲਾਇਆ ਜਾਂਦਾ, ਔਰ ਜੇ ਉਹ ਇਸ ਚੀਜ਼ ਦੇ ਬਾਰੇ ਗੱਲ ਕਰਦੇ, ਜਾਂ ਉਹਨਾਂ ਦੇ ਉੱਤੇ ਕੋਈ ਧਾਰਮਿਕ ਇਸ ਬਾਰੇ ਕਾਰਵਾਈ ਕਰਨੀ ਚਾਹੀਦੀ ਸੀ, ਨਾ ਕਿ ਕੋਈ ਪਰਸਨਲ ਗੱਲ ਕਰਨ ਕਰਕੇ ਜਾਂ ਹਿਸਾਬ ਵਗੈਰਾ ਦੀ ਗੱਲ ਕਰਕੇ ਨਹੀਂ ਕਰਨੀ ਚਾਹੀਦੀ ਸੀ। ਮੈਂ ਅੱਜ ਵੀ ਉਸ ਗੱਲ ਦੇ ਸਹਿਮਤ ਨਹੀਂ ਕਰਦਾ, ਬਟ ਮੈਨੂੰ ਲੱਗਦਾ ਹੈ ਇਸ ਬਾਰੇ ਜੇ ਗੱਲ ਕਰਦੇ ਤੇ ਜ਼ਿਆਦਾ ਵਾਜਬ ਹੁੰਦਾ, ਕਿਉਂਕਿ ਮੈਂ ਸਮਝਦਾ ਇਸ ਇਨਸਾਨ ਨੂੰ ਮੈਂਬਰ ਹੋਣ ਦੇ ਵੀ ਲਾਇਕ ਉਹ ਹੱਕ ਦੇ ਨਹੀਂ ਨੇ। ਮੈਂ ਸ਼ਾਇਦ ਇੱਥੇ ਤੱਕ ਦੀਆਂ ਦੋਨੋਂ ਗੱਲਾਂ ਆਪਣੀਆਂ ਸਪਸ਼ਟ ਕਰ ਚੁੱਕਾ ਹੋਇਆ। ਔਰ ਆਖੀਰਲੀ ਗੱਲ ਮੈਂ ਜੋ ਕਹਿਣਾ ਚਾਹੁੰਦਾ ਵਾਂ ਕਿ ਜਿੱਥੇ ਸਿੰਘ ਸਾਹਿਬ ਦਾ ਇੱਕ ਬਿਆਨ ਹੈਗਾ ਯਾਨੀ ਰਣਜੀਤ ਸਿੰਘ ਹੋਰਾਂ ਦਾ, ਕਿ ਵੀ ਤਨਖਾਹੀਏ ਵਿਅਕਤੀ ਦੇ ਬਿਆਨ ਦੀ ਕੋਈ ਅਹਿਮੀਅਤ ਨਹੀਂ ਹੈ। ਔਰ ਮੈਂ ਇੱਕ ਚੈਨਲ ਦੇ ਵੀ ਆਡੀਓ ਤੇ ਵੀ ਸੁਣਿਆ ਕਿ ਉਹਨਾਂ ਨੇ ਇਹ ਕਿਹਾ ਕਿ ਵੀ ਪ੍ਰਬੰਧਕਾਂ ਨੂੰ ਔਰ ਕਈ ਪ੍ਰਬੰਧਕਾਂ ਨੂੰ ਔਰ ਮੈਨੂੰ ਦਾਸ ਨੂੰ ਮਿਲਾ ਕੇ ਸਾਬਕਾ ਜਥੇਦਾਰ ਗਿਆਨੀ ਇਕਬਾਲ ਸਿੰਘ ਹੋਰਾਂ ਨੇ ਤਨਖਾਹੀਆ ਕੀਤਾ, ਤੇ ਇਸ ਕਰਕੇ ਉਹ ਤਖਤ ਸਾਹਿਬ ਤੇ ਉਹਨਾਂ ਨੂੰ ਬੁਲਾਇਆ ਗਿਆ ਸੀਗਾ 8 ਫਰਵਰੀ ਨੂੰ। ਮੈਂ ਇਸ ਬਾਰੇ ਥੋੜੀ ਜਿਹੀ ਗੱਲ ਸਪਸ਼ਟ ਇੱਥੇ ਜ਼ਰੂਰ ਆਪ ਦੇ ਮਾਧਿਅਮ ਰਾਹੀਂ ਕਰਨਾ ਚਾਹੁੰਦਾ ਕਿ ਸਿੰਘ ਸਾਹਿਬ ਗਿਆਨੀ ਇਕਬਾਲ ਸਿੰਘ ਨੇ ਜਿਸ ਵੇਲੇ ਸਾਨੂੰ ਤਨਖਾਹੀਆ ਕੀਤਾ 5 ਸਿੰਘਾਂ ਨੇ, ਉਸ ਸਮੇਂ ਗਿਆਨੀ ਇਕਬਾਲ ਸਿੰਘ ਆਪਣੇ ਅਹੁਦੇ ਤੇ ਬਰਕਰਾਰ ਨਹੀਂ ਸਨ। ਇਸ ਦਾ ਸਬੂਤ ਤਖਤ ਪਟਨਾ ਸਾਹਿਬ ਦੀ ਜਿਹੜੀ ਮਿੰਟਸ ਬੁੱਕ ਹੁੰਦੀਆਂ ਨੇ, ਜਿਹਦੇ ਵਿੱਚ ਕਾਰਵਾਈ ਹੁੰਦੀ ਹੈ ਮੈਂਬਰਾਂ ਦੀ, ਉਹਦੇ ਵਿੱਚ ਹੈਗਾ, ਦਰਜ ਹੈ। ਪੁਰਾਣੀ ਕਮੇਟੀ ਜੋ ਕਿ ਰਣਜੀਤ ਸਿੰਘ ਗਾਂਧੀ ਦੀ ਔਰ ਚਰਨਜੀਤ ਸਿੰਘ ਹੋਰਾਂ ਦੀ ਸੀਗੀ, ਜਨਰਲ ਸਕੱਤਰ ਹੋਰਾਂ ਦੀ, ਉਹਨਾਂ ਨੇ ਆਪਣੇ ਸਮੇਂ ਵਿੱਚ ਹੀ ਗਿਆਨੀ ਰਣਜੀਤ ਸਿੰਘ ਹੋਰਾਂ ਨੂੰ ਪਹਿਲਾਂ ਉੱਥੋਂ ਦੀ ਮੁਅੱਤਲ ਕੁਝ ਦਿਨਾਂ ਵਾਸਤੇ ਸਸਪੈਂਡ ਰੱਖਿਆ ਕਿਉਂਕਿ ਇਨਕੁਆਇਰੀ ਚੱਲਦੀ ਸੀ। ਉਹਦੇ ਬਾਅਦ ਉਹਨਾਂ ਨੂੰ ਉੱਥੋਂ ਦੀ ਨੌਕਰੀ ਤੋਂ ਸਦਾ ਲਈ ਬਰਖਾਸਤ ਕੀਤਾ ਔਰ ਉਹਨਾਂ ਨੂੰ ਕੋਈ ਸੇਵਾ ਪੱਤਾ ਵੀ ਨਹੀਂ ਦਿੱਤਾ। ਇਸ ਬਾਰੇ ਦਾ ਜਿਹੜਾ ਬਿਆਨ ਹੈ ਉਹ ਬਕਾਇਦਾ ਬਾਅਦ ਵਿੱਚ ਸਮਾਂ ਪਾ ਕੇ ਸਾਡੇ ਅਵਤਾਰ ਸਿੰਘ ਮੱਕੜ ਸਾਬਕਾ ਪ੍ਰਧਾਨ ਸ਼੍ਰੋਮਣੀ ਕਮੇਟੀ, ਔਰ ਉਸ ਵੇਲੇ ਉਹ ਤਖਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੇ ਵੀ ਪ੍ਰਧਾਨ ਸਨ, ਔਰ ਉਸੇ ਵਕਤ 3 ਅਹੁਦਿਆਂ ਤੇ ਸਨ। ਤਖਤ ਹਜੂਰ ਸਾਹਿਬ ਦੇ ਵਿੱਚ ਉਹ ਮੈਂਬਰ ਵਜੋਂ ਉਹਨਾਂ ਨੇ ਸ਼ਮੂਲੀਅਤ ਕੀਤੀ। ਇਹ ਘਟਨਾ 2014 ਦੇ ਬਾਅਦ, ਔਰ ਇਹ ਤਨਖਾਹੀਏ ਦੀ ਗੱਲ ਕੀਤੀ ਕਿਉਂਕਿ ਇਸ ਤਨਖਾਹੀਏ ਦੇ ਵਿੱਚ ਗਿਆਨੀ ਇਕਬਾਲ ਸਿੰਘ ਹੋਰਾਂ ਨੇ ਜੋ ਕੰਮ ਕੀਤਾ, ਉਹ ਇੱਕ ਪ੍ਰਬੰਧਕੀ ਕੰਮ ਨੂੰ ਰੋਕਣ ਲਈ ਇੱਕ ਇਹ ਜਿਹੜਾ ਤਨਖਾਹੀਆ ਕੀਤਾ ਗਿਆ, ਔਰ ਇਹ ਜਿਹੜਾ ਤਨਖਾਹੀਏ ਦਾ ਹੁਕਮਨਾਮਾ ਕੱਢਿਆ ਗਿਆ ਸਿਰਫ ਉਹ ਪ੍ਰਬੰਧਕੀ ਢਾਂਚੇ ਨੂੰ ਕੰਮ ਤੋਂ ਰੋਕਣ ਲਈ ਔਰ ਪ੍ਰਬੰਧਕਾਂ ਨੂੰ ਬਦਨਾਮ ਕਰਨ ਲਈ ਕੀਤਾ,
ਜਿਹਦੀ ਅੱਜ ਮੈਂ ਮਿਸਾਲ ਸ਼ਾਇਦ ਗਿਆਨੀ ਰਣਜੀਤ ਸਿੰਘ ਹੋਰਾਂ ਦੇ ਇਸ ਤੁਲਨਾ ਮਾਤਰ ਸ਼ਾਇਦ ਮੈਂ ਕਰ ਰਿਹਾ, ਕਿਉਂਕਿ ਜ਼ਰੂਰੀ ਹੈ ਕਿ ਮੈਂ ਵੀ ਇੱਥੇ ਇਹ ਵੀ ਫਿਰ ਆਪ ਜੀ ਨੂੰ ਹਾਂਜੀ ਹਾਂਜੀ ਵੀ ਇੱਥੇ ਮੈਂ ਆਪ ਜੀ ਨੂੰ ਰੋਕੂੰਗੀ ਕਿ ਅਸੀਂ ਜਦੋਂ ਰਣਜੀਤ ਸਿੰਘ ਹੋਣਾ ਜੀ ਦੇ ਨਾਲ ਜਥੇਦਾਰ ਸਾਹਿਬ ਜੀ ਦੇ ਨਾਲ ਗੱਲਬਾਤ ਕੀਤੀ ਸੀਗੀ ਤਾਂ ਉਹਨਾਂ ਨੇ ਆਪਣੀ ਗੱਲਬਾਤ ਦੇ ਦੌਰਾਨ ਇਹ ਕਿਹਾ ਕਿ ਉਹਨਾਂ ਨੂੰ ਕਮੇਟੀ ਦੇ ਵੱਲੋਂ ਜਿਹੜੇ ਨੇ ਪੂਰੇ ਹੱਕ ਜਿਹੜੇ ਨੇ ਉਹ ਦਿੱਤੇ ਗਏ ਨੇ ਕਿ ਉਹ ਜਿਹੜੇ ਉਹਨਾਂ ਦਾ ਫੈਸਲਾ ਅੰਦਰ ਦਾ ਕਿਸੇ ਗ੍ਰੰਥੀ ਦਾ ਲੈਣਾ ਹੈ ਜਾਂ ਕਿਸੇ ਰਾਗੀ ਨੂੰ ਲੈ ਕੇ ਲੈਣਾ ਹੈ ਜਾਂ ਕਿਸੇ ਮੈਂਬਰ ਨੂੰ ਲੈ ਕੇ ਲੈਣਾ ਹੈ ਤੇ ਉਹ ਲੈ ਸਕਦੇ ਨੇ, ਜਦ ਕਿ ਉਹਨਾਂ ਨੇ ਕਿਹਾ ਕਿ ਇਹ ਸਭ ਜਿਹੜਾ ਹੈ ਉਹਨਾਂ ਨੂੰ ਕਮੇਟੀ ਦੇ ਵੱਲੋਂ ਬੋਰਡ ਦੀ ਕਮੇਟੀ ਦੇ ਵੱਲੋਂ ਪੂਰਾ ਹੱਕ ਜਿਹੜਾ ਹੈ ਉਹ ਦਿੱਤਾ ਗਿਆ। ਇਸ ਬਾਰੇ ਫਿਰ ਤੁਸੀਂ ਕੀ ਕਹੋਗੇ? ਮੈਂ ਹੁਣ ਮੈਂ ਸਿਰਫ ਇਹ ਸਮਝਦਾ ਕੀ ਹਾਂ, ਮੈਂ ਤੁਹਾਨੂੰ ਸੱਚ ਇਹ ਹੈਗਾ ਕਿ ਮੇਰੀ ਕੁਝ ਮਿੰਟਾਂ ਪਹਿਲਾਂ ਵੀ ਕੁਝ ਮੈਂਬਰਾਂ ਨਾਲ ਗੱਲ ਹੋਈ ਹੈ ਔਰ ਇਸ ਬਿਆਨ ਦੇ ਬਾਅਦ ਗੱਲਬਾਤ ਚੱਲ ਰਹੀ ਹੈ। ਮੈਨੂੰ ਮੈਂਬਰਾਂ ਨੇ ਇਹ ਸਾਫ਼ ਲਫ਼ਜ਼ਾਂ ਵਿੱਚ ਕਿਹਾ ਕਿ ਅਸੀਂ ਅੱਜ ਤੱਕ ਕੋਈ ਵੀ ਇਹੋ ਜਿਹਾ ਜਿਹੜਾ ਅਖਤਿਆਰ ਹੈ ਕੋਈ ਕਮੇਟੀ ਦੇ ਵਿੱਚ ਪਾਸ ਕਰਕੇ ਉਹਨਾਂ ਨੂੰ ਕੋਈ ਵੀ ਹੱਕ ਨਹੀਂ ਦਿੱਤੇ ਨੇ। ਪ੍ਰਧਾਨ ਸਾਹਿਬ ਨੇ ਉਹਨਾਂ ਨੂੰ ਜੋ ਅਗਰ ਮੈਂ ਸਮਝਦਾ ਕੁਝ ਕਿਹਾ ਹੋਵੇ ਜਾਂ ਕੋਈ ਹੱਕ ਦਿੱਤੇ ਹੋਣ ਤਾਂ ਸ਼ਾਇਦ ਮੈਂ ਸਮਝਦਾ ਉਹਨਾਂ ਨੂੰ ਸਿੰਘ ਸਾਹਿਬ ਨੂੰ ਇਹਦੇ ਬਾਰੇ ਥੋੜ੍ਹਾ ਜਿਹਾ ਵਿਸਤਾਰ ਨਾਲ ਗੱਲ ਕਰ ਲੈਣੀ ਚਾਹੀਦੀ ਹੈ ਕਿ ਕੋਈ ਵੀ ਨਿਯੁਕਤੀ ਤਬਾਦਲਾ ਉਹ ਕਿਸੇ ਵੀ ਢੰਗ ਨਾਲ ਕਿਸੇ ਵੀ ਸਿੰਘ ਸਾਹਿਬ ਨੂੰ ਨਹੀਂ ਦਿੱਤਾ ਜਾ ਸਕਦਾ ਔਰ ਨਾ ਹੀ ਉਹ ਸਿੰਘ ਸਾਹਿਬ ਇਸ ਬਾਰੇ ਉਹ ਕਰ ਸਕਦੇ ਨੇ। ਇਹ ਇੱਕ ਪ੍ਰਬੰਧਕੀ ਕਾਰਜ ਹੈਗਾ ਹੈ। ਸਿੰਘ ਸਾਹਿਬ, ਪੰਜ ਸਿੰਘ ਸਾਹਿਬਾਂ ਦਾ ਜਿਹੜਾ ਕਾਰਜ ਹੈ ਉਹ ਮਰਿਆਦਾ ਔਰ ਗੁਰਮਤ ਮਰਿਆਦਾ ਔਰ ਤਖਤ ਸਾਹਿਬ ਦੀ ਸੇਵਾ ਸੰਭਾਲ ਉਹਦੇ ਵੱਲ ਜ਼ਿਆਦਾ, ਨਾ ਕਿ ਪ੍ਰਬੰਧਕੀ ਢਾਂਚਾ। ਤਖਤ ਸਾਹਿਬ ਦੀਆਂ ਕਮੇਟੀਆਂ ਔਰ ਤਖਤ ਜਿਹੜੀਆਂ ਆਮ ਕਮੇਟੀਆਂ ਨੇ ਇਹ ਦੋ ਤਰੀਕੇ ਨਾਲ ਮੈਂ ਸਮਝਦਾ ਚੱਲਦੀਆਂ ਨੇ। ਇੱਕ ਤਾਂ ਗੁਰੂ ਕੇ ਵਜ਼ੀਰ ਜਿਨ੍ਹਾਂ ਨੂੰ ਅਸੀਂ ਹੈੱਡ ਗ੍ਰੰਥੀ ਸਿੰਘ ਸਾਹਿਬ ਕਹਿੰਦੇ ਹਾਂ, ਇਹਨਾਂ ਦਾ ਜਿਹੜਾ ਇਹਨਾਂ ਵਿੱਚ ਕੀਰਤਨੀਏ, ਕਥਾਵਾਚਕ, ਸੇਵਾਦਾਰ ਸਾਰੇ ਆਉਂਦੇ ਨੇ ਜਿਨ੍ਹਾਂ ਦਾ ਕਾਰਜ ਹੈਗਾ ਹੈ ਕਿ ਗੁਰਧਾਮਾਂ ਦੀ ਸੰਭਾਲ ਔਰ ਗੁਰਮਤ ਦੀ ਸੇਵਾ ਔਰ ਪਾਠ, ਬਾਣੀ, ਬੰਦਗੀ, ਕੀਰਤਨ, ਕਥਾ ਨਾਲ ਜੁੜਿਆ, ਨਾ ਕਿ ਕਿਸੇ ਦੀ ਬਹਾਲੀ, ਕਿਸੇ ਦੇ ਉੱਤੇ ਕੋਈ ਕਾਰਵਾਈ ਕਰਨੀ, ਕਿਸੇ ਦੇ ਤਬਾਦਲੇ ਕਰਨੇ। ਕਿਉਂਕਿ ਜੇ ਅਗਰ ਇਹ ਕਰਨਗੇ ਤਾਂ ਕਿਉਂਕਿ ਕਮੇਟੀਆਂ, ਮੈਂ ਤੁਹਾਨੂੰ ਇਹਦੇ ਵਾਸਤੇ ਥੋੜ੍ਹਾ ਹੋਰ ਵਿਸਤਾਰ ਚਲਾ ਜਾਂਦਾ, ਕਮੇਟੀਆਂ ਦਾ ਇੱਕ ਸਮਾਂ ਕਾਲ ਹੁੰਦਾ ਹੈ। ਕਿਸੇ ਕਮੇਟੀ ਦਾ 2.5 ਸਾਲ ਹੈ, ਕਿਸੇ ਦਾ 2 ਸਾਲ ਹੈ, ਉਹ ਮੈਂਬਰ ਬਦਲਣਗੇ। 2-2.5 ਸਾਲਾਂ ਵਿੱਚ ਇਸ ਦੇ ਵਿੱਚ ਕੀ ਹੁੰਦਾ ਹੈ ਕਿ ਵੀ ਤੁਹਾਡੇ ਨਾਲ ਜਿਸ ਬੰਦੇ ਤੋਂ ਕਿਸੇ ਨੇ ਕੰਮ ਲੈਣਾ ਹੈ ਤੇ ਉਹ ਜੋ ਸੱਚਾਈ ਹੈ ਮੈਂ ਦੇਖਣ ਮਹਿਸੂਸ ਕਰਦਾ ਕਿ ਵੀ ਜਿਹੜੇ ਕੋਈ ਗਲਤ ਵੀ ਕੰਮ ਕਰਦੇ ਨੇ ਜਾਂ ਕੁਝ ਵੀ ਹੁੰਦੇ ਨੇ ਉਹ ਥੋੜ੍ਹੀ ਚਮਚਾਗਿਰੀ ਵਾਸਤੇ ਉਸ ਮੈਂਬਰ ਦੇ ਵਾਲੇ ਪਾਸੇ ਤੁਰ ਪੈਂਦੇ ਨੇ ਔਰ ਉਹ ਆਪਣੀਆਂ ਗਲਤ ਗੱਲਾਂ ਵੀ ਜਿਹੜੀਆਂ ਨੇ ਉਸ ਮੈਂਬਰ ਦੇ ਨਜ਼ਦੀਕ ਹੋਣ ਦੇ ਬਾਵਜੂਦ ਗਲਤ ਕਾਰਵਾਈਆਂ ਤੇ ਵੀ ਆਪਣਾ ਪਰਦਾ ਪਵਾ ਲੈਂਦੇ ਨੇ। ਤੇ ਸਿੰਘ ਸਾਹਿਬ ਔਰ ਹੈੱਡ ਗ੍ਰੰਥੀ ਇਹਨਾਂ ਦਾ ਸਮਾਂ ਦਾ ਹੱਲੇ ਕੋਈ ਬੰਨਿਆ ਨਹੀਂ ਹੋਇਆ। ਮੈਂ ਸਮਝਦਾ ਇਹਦੇ ਵਿੱਚ ਵੀ ਫੈਸਲਾ ਲੈਣਾ ਚਾਹੀਦਾ ਹੈ ਕਿ ਵੀ ਸਾਡੇ ਸਿੰਘ ਸਾਹਿਬਾਂ ਦਾ ਵੀ ਇੱਕ ਸਮਾਂ ਹੋਣਾ ਚਾਹੀਦਾ ਵੇ ਬਈ ਇਹਨਾਂ ਦਾ ਕਾਰਜਕਾਲ ਕਿੰਨਾ ਹੈ, ਤਾਂ ਜੋ ਇਹਨਾਂ ਦੇ ਨਾਲ ਜਿਹੜੇ ਵੀ ਇਹ ਨਜ਼ਦੀਕ ਜਿਹੜੇ ਲੱਗਦੇ ਨੇ ਔਰ ਜਿਹੜੇ ਥੋੜੀ ਚਮਚਾਗਿਰੀ ਕਰਦੇ ਜਾਂ ਮੈਂ ਕਹਿੰਦਾ ਉਹਨਾਂ ਦੀ ਜੀ ਹਜ਼ੂਰੀ ਕਰਦੇ ਹੋਏ ਆਪਣੇ ਗਲਤ ਕੰਮਾਂ ਤੇ ਵੀ ਪਰਦਾ ਪਵਾ ਲੈਂਦੇ ਨੇ ਔਰ ਆਪਣਾ ਕੰਮ ਕਰ ਲੈਂਦੇ ਨੇ, ਉਸ ਪਾਸੇ ਥੋੜਾ ਜਿਹਾ ਇਹ ਕੰਮ ਗਲਤ ਹੋ ਸਕਦਾ ਵੀ ਜੇ ਸਿੰਘ ਸਾਹਿਬ ਇਕੱਲੇ ਇਹ ਕੰਮ ਕਰਨਗੇ। ਕਿਉਂਕਿ ਕਮੇਟੀ ਦਾ ਜਿਹੜਾ ਵੀ ਅਹੁਦੇਦਾਰ ਹੈ ਉਹ 2 ਸਾਲ ਬਾਅਦ ਉਹਨੇ ਬਦਲ ਜਾਣਾ ਹੈ। ਜਿਹੜਾ 2 ਸਾਲ ਬਾਅਦ ਅਗਲਾ ਆਏਗਾ ਉਹ ਪਿਛਲੀਆਂ ਰਿਪੋਰਟਾਂ ਦੇ ਆਧਾਰ ਤੇ ਔਰ ਉਸ ਬੰਦੇ ਦੀ ਕਾਰਜਸ਼ੈਲੀ ਉਹਨੂੰ ਗੱਲ ਕਰਕੇ ਆਪਣੇ ਢੰਗ ਨਾਲ ਦੁਬਾਰਾ ਉਸ ਵਿਚਾਰ ਕਰ ਸਕਦਾ ਉਸ ਬੰਦੇ ਦੇ ਵੀ। ਔਰ ਨਾ ਹੀ ਮੈਂ ਸਮਝਦਾ ਫਿਰ ਇਹ ਗਿਰਾਵਟ ਆਏਗੀ ਜਾਂ ਚਮਚਾਗਿਰੀ ਹੋਏਗੀ ਜਾਂ ਕੋਈ ਗਲਤ ਕਾਰਜ ਹੋਣਗੇ ਜੇ ਉਹ ਇਸ ਤਰ੍ਹਾਂ ਮੈਂਬਰਾਂ ਦੇ ਅਖਤਿਆਰ ਵਿੱਚ ਰਹੇ। ਔਰ ਕਮੇਟੀਆਂ ਸ਼ਾਇਦ ਬਣੀਆਂ ਵੀ ਇਸੇ ਕਰਕੇ ਨੇ ਕਿਉਂਕਿ ਤੁਸੀਂ ਪੁਰਾਣਾ ਸਮਾਂ ਇੰਨੀ ਸ਼ਹੀਦੀਆਂ ਪਾ ਕੇ ਜੇ ਕਮੇਟੀਆਂ ਆਈਆਂ, ਸ਼੍ਰੋਮਣੀ ਕਮੇਟੀ ਆਈ, ਸ਼੍ਰੋਮਣੀ ਅਕਾਲੀ ਦਲ ਆਈ, ਇਹ ਇੰਨੀਆਂ ਸ਼ਹੀਦੀਆਂ ਦੇ ਬਾਅਦ ਆਈਆਂ ਤੇ ਉਹ ਇੱਕ ਵਿਅਕਤੀ ਅਸੀਂ ਉਹ ਨਾਰਾਇਣ ਨੂੰ ਮਹੰਤਗਿਰੀ ਨੂੰ ਠੱਲ ਪਾਈ ਸੀ। ਜੇ ਕੱਲਾ ਇੱਕ ਜਥੇਦਾਰ ਹੀ ਇਸ ਫੈਸਲੇ ਨੂੰ ਲਏਗਾ ਤੇ ਕਮੇਟੀਆਂ ਜ਼ੀਰੋ ਹੋ ਜਾਣਗੀਆਂ ਤੇ ਫਿਰ ਮੈਨੂੰ ਸਮਝ ਆਉਂਦੀ ਹੈ ਵੀ ਕਿਧਰੇ ਨਾ ਕਿਧਰੇ ਕੋਈ ਲੋਕ ਜਾ ਕੇ ਜੀ ਹਜ਼ੂਰੀ ਕਰਨਗੇ। ਔਰ ਸਿੰਘ ਸਾਹਿਬ ਨੂੰ ਸ਼ਾਇਦ ਮੈਨੂੰ ਲੱਗਦਾ ਕਿ ਅਗਰ 2 ਬੰਦੇ ਪਸੰਦ ਆਣਗੇ, 2 ਬੰਦੇ ਕਿਧਰੇ ਨਾ ਪਸੰਦ ਆਣ, ਇਨਸਾਨ ਹੀ ਨੇ। ਮੈਂ ਤਾਂ ਹੀ ਉਹਨਾਂ ਨੂੰ ਬੇਨਤੀ ਵੀ ਇਹ ਕਰਦਾ ਕਿ ਵੀ ਉਹਨਾਂ ਨੂੰ ਊਚ ਨੀਚ, ਜਾਤ ਪਾਤ ਨੂੰ ਪਰੇ ਰੱਖ ਔਰ ਕਿਸੇ ਨਾਲ ਈਰਖਾ ਵਸ ਔਰ ਆਪਣਾ ਕੋਈ ਸੈਲਫ ਅਗਰ ਉਹਨਾਂ ਦਾ ਕੋਈ ਆਪਣਾ ਵੀ ਕਿਧਰੇ ਇੰਟਰਸਟ ਹੋ, ਉਹ ਸਾਰੀਆਂ ਚੀਜ਼ਾਂ ਨੂੰ ਇਹਨਾਂ ਲੋਕਾਂ ਨੂੰ ਜਦੋਂ ਇਹ ਅਹੁਦੇ ਤੇ ਆ ਜਾਂਦੇ ਨੇ ਉਹਨਾਂ ਨੂੰ ਇਹ ਚੀਜ਼ਾਂ ਤੋਂ ਪਰੇ ਹੋ ਕੇ ਉਹੋ ਜਿਹੀ ਕਾਰਜਸ਼ੈਲੀ ਕਰਨੀ ਚਾਹੀਦੀ। ਉਹਨਾਂ ਦੀ ਨਜ਼ਰ ਵਿੱਚ ਸਾਰੇ ਬਰਾਬਰ ਹੋਣੇ ਚਾਹੀਦੇ ਨੇ ਬਈ, ਨਾ ਕਿ ਕਿਸੇ ਦੀ, ਕਿਉਂਕਿ ਅਗਰ ਉਹਨਾਂ ਦੇ ਨੇੜੇ ਹੋਏਗਾ ਜੋ ਉਹਨਾਂ ਦੀ ਪੁਸ਼ਤਪਨਾ ਕਰਨਗੇ ਸ਼ਾਇਦ ਉਹਨਾਂ ਨੂੰ ਡਿਊਟੀਆਂ ਵੱਧ ਦੇਣਗੇ, ਉਹਨੂੰ ਨੇੜੇ ਰੱਖ ਲੈਣਗੇ, ਬਾਕੀਆਂ ਨੂੰ ਪਰੇ ਕਰ ਲੈਣਗੇ। ਇਹ ਚੀਜ਼ਾਂ ਜਿਹੜੀਆਂ ਨੇ ਇੱਥੇ ਆਉਂਦੀਆਂ ਨੇ। ਹੋ ਸਕਦਾ ਹੈ ਸਿੰਘ ਸਾਹਿਬ ਵੀ ਕੋਈ ਗਲਤੀਆਂ ਕਰਨ, ਜਦੋਂ ਉਹਨਾਂ ਦੇ ਕੋਲ ਉਹਨਾਂ ਦਾ ਹੀ ਇੱਕ ਦਾਇਰਾ ਉਹਨਾਂ ਨੇ ਆਪਣਾ ਬੰਨ ਲੈਣਾ,
ਆਪਣੇ ਨੇੜੇ ਜੀ ਹੀ ਜਿਹੜੇ ਸਾਰੇ ਉਹਨਾਂ ਦੇ ਨਜ਼ਦੀਕੀ ਉਹਨਾਂ ਦੇ ਬੰਦੇ ਹੋਣਗੇ, ਤੇ ਕੱਲ ਨੂੰ ਮੈਂ ਸਮਝਦਾ ਉਹ ਵੀ ਇਨਸਾਨ ਨੇ, ਅਗਰ ਉਹਨਾਂ ਕੋਲ ਕੋਈ ਗਲਤੀ ਹੁੰਦੀ ਹੈ ਤਾਂ ਉਹ ਆਪਣੀ ਗਲਤੀ ਨੂੰ 1 ਮਿੰਟ ਚ ਛੁਪਾ ਜਾਣਗੇ, ਔਰ ਉਹ ਤਾਂ ਫਿਰ ਗੱਲ ਮੈਂ ਸਮਝਦਾ ਉੱਥੇ ਹੀ ਆ ਗਈ, ਫਿਰ ਆਪੇ ਹੀ ਥਾਗੇ ਅਗਰ ਆਪਣਾ ਗੁਨਾਹ ਕੀਤਾ ਤੇ ਆਪਣੇ ਆਪ ਨੂੰ ਸਾਰਾ ਬਰੀ ਕਰ ਲਿਆ, ਤੇ ਉਹ ਚੀਜ਼ਾਂ ਤੋਂ ਹਟਦੇ ਤਾਂ ਹੀ ਇਹ ਕਮੇਟੀਆਂ ਬਣੀਆਂ ਸਨ। ਜੀ ਉਸ ਸਮੇਂ ਤੇ ਚੁਣੇ ਜਾਂਦੇ ਨੇ ਔਰ ਇਹਨਾਂ ਦਾ ਕਾਰਜਕਾਲ ਥੋੜਾ ਹੁੰਦਾ। ਜੇ ਸਿੰਘ ਸਾਹਿਬ ਦਾ ਕਾਰਜਕਾਲ 2 ਸਾਲ ਦਾ ਆਪਣਾ ਗਿਣ ਲੈਣ, ਜੇ ਮੈਂ ਕਹਿੰਦਾ ਅਗਰ ਉਹ ਇਸ ਬਾਰੇ ਹਾਮੀ ਭਰਦੇ ਨੇ ਕਿ ਹਾਂਜੀ ਵੀ 2 ਸਾਲ ਤੋਂ ਬਾਅਦ ਕਾਰਜਕਾਲ ਨਹੀਂ ਹੋਣਾ ਚਾਹੀਦਾ ਕਿਸੇ ਵੀ ਸਿੰਘ ਸਾਹਿਬ ਦਾ, ਤੇ ਫਿਰ ਅਸੀਂ ਇਹ ਦੇਖਾਂਗੇ ਨਿਯੁਕਤੀ ਦਾ ਅਧਿਕਾਰ ਫਿਰ ਵੀ ਨਹੀਂ, ਉਹ ਸਾਨੂੰ ਸਿਫਾਰਿਸ਼ ਕਰ ਸਕਦੇ ਨੇ ਕਮੇਟੀ ਕਿ ਹਾਂ ਜੀ ਇਹਦੀ ਕਾਰਜਸ਼ੈਲੀ ਠੀਕ ਹੈ, ਇਸ ਗ੍ਰੰਥੀ ਦੀ ਬਾਣੀ ਪੜਨ ਦਾ ਵਿੱਚ ਜਾਂ ਇਹ ਜੋ ਹੈ ਇਹਨਾਂ ਵਿੱਚ ਇਹ ਕਮੀਆਂ ਨੇ, ਇਹਦੇ ਵਿੱਚ ਇਹ ਕਮੀਆਂ ਨੇ, ਉਹ ਤਾਂ ਸੁਧਾਰ ਕਰੀਏ, ਉਹ ਸਿਫਾਰਿਸ਼ ਦੇ ਸਕਦੇ ਨੇ। ਇਸ ਕੰਮਾਂ ਲਈ ਪ੍ਰਬੰਧਕੀ ਢਾਂਚਾ ਹੁੰਦਾ ਨਾ ਕਿ ਇਹ ਆਪ ਹੀ ਉਸ ਬਾਰੇ, ਕਿਉਂਕਿ ਆਪ ਉਸ ਲੀਕ ਦੇ ਵਿੱਚ ਹੀ ਗ੍ਰੰਥੀਆਂ, ਪਾਠੀ, ਰਾਗੀਆਂ, ਕਥਾਵਾਚਕਾਂ ਦੀ ਲੀਕ ਵਿੱਚ ਉਹ ਹੈਡ ਹੈਗੇ ਨੇ, ਉਹ ਉਹਦੇ ਹੈਡ ਨੇ, ਤੇ ਉਸੇ ਸ਼੍ਰੇਣੀ ਦੇ ਹੈਡ ਨੇ, ਤੇ ਉਸੇ ਸ਼੍ਰੇਣੀ ਦੀ ਉਹ ਕਿਵੇਂ ਹੀ ਆਪਣੀ ਨਿਯੁਕਤੀਆਂ ਔਰ ਬਹਾਲੀਆਂ ਔਰ ਤਬਦੀਲੀਆਂ ਉਹਦੇ ਵਿੱਚ ਲੈ ਸਕਦੇ ਨੇ। ਮੈਂ ਸਮਝਦਾ ਉਹਨਾਂ ਨੂੰ ਕਿਧਰੇ ਨਾ ਕਿਧਰੇ ਇਹਦੇ ਬਾਰੇ ਪ੍ਰਧਾਨ ਸਾਹਿਬ ਨਾਲ, ਕਮੇਟੀ ਨਾਲ ਇੱਕ ਵਾਰੀ ਮੁੜ ਵਿਚਾਰ ਕਰ ਲੈਣਾ ਚਾਹੀਦਾ ਔਰ ਉਹਦੇ ਬਾਰੇ ਸਪਸ਼ਟੀਕਰਨ ਲੈ ਲੈਣਾ ਚਾਹੀਦਾ ਵੀ ਉਹਨਾਂ ਦੇ ਕਿੰਨੇ ਹੱਕ ਹਕੂਕ ਨੇ, ਕਿਉਂਕਿ ਇਹ ਹੱਕ ਹਕੂਕ ਜੇ ਉਹਨਾਂ ਵੱਲ ਜਾਣ ਤਾਂ ਸਾਡੇ ਸੰਵਿਧਾਨ, ਸਾਡੀਆਂ ਕਮੇਟੀਆਂ ਜਿਹੜੀਆਂ ਨੇ ਉਹ ਬਿਲਕੁਲ ਹਾਸ਼ੇ ਤੇ ਜਾ ਸਕਦੀਆਂ ਨੇ, ਔਰ ਅਸੀਂ ਇਸ ਗੱਲ ਕਾਰਜਾਂ ਕਰਕੇ ਅਸੀਂ 100% ਮੰਤਸ਼ਾਹੀ ਵੱਲ ਜਾਵਾਂਗੇ। ਅੱਜ ਉਹਨਾਂ ਦਾ ਆਦੇਸ਼ ਕਮੇਟੀ ਨੂੰ ਆਇਆ, ਕਿਉਂਕਿ ਮੈਂ ਉਹਨਾਂ ਦਾ ਹੁਕਮਨਾਮਾ ਪੜ੍ਹਿਆ ਜਿਹਦੇ ਵਿੱਚ ਉਹਨਾਂ ਨੇ ਆਦੇਸ਼ ਕੀਤਾ ਹੈ, ਕਮੇਟੀ ਨੂੰ ਆਦੇਸ਼ ਕੀਤਾ ਹੈ, ਔਰ ਮਤਲਬ ਕਿ ਮੈਂ ਇਸ ਕਰਕੇ ਇਸ ਚੀਜ਼ ਨੂੰ ਪੁਆਇੰਟ ਆਊਟ ਕੀਤਾ ਵੀ ਇਹ ਜਿਹੜਾ ਇਹ ਪ੍ਰਬੰਧਕੀ ਢਾਂਚੇ ਦਾ ਕੰਮ ਹੈ, ਇਹ ਸਿੰਘ ਸਾਹਿਬ ਦਾ ਦੇ ਹੱਕਾਂ ਦਾ ਜਾਂ ਉਹਨਾਂ ਦੇ ਹੱਕਾਂ 'ਚ ਇਹ ਨਹੀਂ ਆਉਂਦਾ। ਉਹ ਕੋਈ ਗਲਤ ਹੋਵੇ, ਕਮੇਟੀ ਅਗਰ ਉਹਨਾਂ ਨੂੰ ਕਿਸੇ ਬਾਰੇ ਭੇਜੇ ਵੀ ਇਹਦੇ ਬਾਰੇ ਤੁਸੀਂ ਫੈਸਲਾ ਗੱਲ ਕਰੋ ਵੀ ਇਹ ਬਾਣੀ ਨੂੰ ਜਾਂ ਗੁਰਮਤਿ ਦੇ ਸਿਧਾਂਤ ਤੇ ਸਹੀ ਉਤਰਦਾ ਹੈ, ਤੇ ਉਹਦੇ ਬਾਰੇ ਉਹ ਵਿਚਾਰ ਕਰ ਸਕਦੇ ਨੇ ਜਾਂ ਆਪਣੀ ਉਹ ਸਿਫਾਰਿਸ਼ ਭੇਜ ਸਕਦੇ ਨੇ, ਔਰ ਲਗਾਉਣਾ ਬਦਲੀਆਂ ਕਰਨੀਆਂ ਬਈ ਉਹ ਸਾਰੀ ਚੀਜ਼ ਦਾ ਹੱਕ ਜਿਹੜਾ ਉਹ ਕਮੇਟੀ ਨੂੰ ਹੈਗਾ। ਔਰ ਕਮੇਟੀ ਤੋਂ ਇਲਾਵਾ ਸਾਡੇ ਕੋਲ ਧਰਮ ਪ੍ਰਚਾਰ ਕਮੇਟੀ ਹੁੰਦੀ ਹੈ, ਜਿਹਦੇ ਵਿੱਚ ਉਹਦਾ ਜ਼ਿਆਦਾ ਇਸ ਬਾਰੇ ਇਹ ਬਣਾਈ ਇਸ ਕਰਕੇ ਜਾਂਦੀ ਹੈ ਧਰਮ ਪ੍ਰਚਾਰ ਕਮੇਟੀ, ਜਿਹੜੀ ਕਿ ਸਾਰਿਆਂ ਨੂੰ ਦੇ ਪਾਸੇ ਨਿਗਰਾਨ ਰੱਖਦੀ ਹੈ, ਔਰ ਕੁਝ ਫੈਸਲੇ ਜਿਹੜੇ ਹੈ ਇਹ ਉਹਨਾਂ ਦੇ ਹੱਕ 'ਚ ਹੁੰਦੇ ਨੇ, ਔਰ ਉਹ ਕਮੇਟੀ ਦਾ ਜਿਹੜਾ ਮੁੱਖ ਸੇਵਾਦਾਰ ਹੈ ਉਹ ਮੈਂਬਰ ਹੁੰਦਾ, ਔਰ ਉਹਦੇ ਨਾਲ ਬਾਕੀ ਮੈਂਬਰ ਉਹਦੇ ਨਾਲ ਸੇਵਾਦਾਰ ਹੁੰਦੇ ਨੇ ਧਰਮ ਪ੍ਰਚਾਰ ਕਮੇਟੀ ਵਿੱਚ। ਉਹਨਾਂ ਨੂੰ ਇਹ ਚੀਜ਼ਾਂ ਦਾ ਫੈਸਲਾ ਹੈ, ਇਹ ਕੋਈ ਹੈਡ ਗ੍ਰੰਥੀਆਂ ਨੂੰ ਮੈਂ ਸਮਝਦਾ ਕਿ ਬਈ ਇਹ ਨਹੀਂ ਹੁੰਦਾ, ਔਰ ਨਾ ਹੀ ਇਹ ਹੋਣਾ, ਮੇਰਾ ਆਪਣਾ ਨਿੱਜੀ ਵਿਚਾਰ ਹੈ, ਨਹੀਂ ਹੋਣਾ ਚਾਹੀਦਾ, ਹਨਾ। ਔਰ ਜੋਹਲ ਸਾਹਿਬ ਉਹਨਾਂ ਨੇ ਹਾਂਜੀ, ਅਸੀਂ ਤੁਹਾਡੇ ਕੋਲੋਂ ਇਹ ਜਾਣਨਾ ਚਾਹੁੰਦੇ ਹਾਂ ਕਿ ਜਦੋਂ ਅਸੀਂ ਗਿਆਨੀ ਰਣਜੀਤ ਸਿੰਘ ਹੋਣਾ ਦੇ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਆਪਣੀ ਗੱਲਬਾਤ ਦੇ ਦੌਰਾਨ ਕਿਹਾ ਸੀਗਾ ਕਿ ਤੁਹਾਨੂੰ ਜਿਹੜਾ ਉਹ ਸਾਬਕਾ ਜਥੇਦਾਰ ਦੇ ਵੱਲੋਂ ਜਿਹੜਾ ਉਹ ਤਨਖਾਹੀਆ ਕੀਤਾ ਗਿਆ ਹੈ, ਤੇ ਜਿਹੜੇ ਤੁਸੀਂ ਬਿਆਨ ਦਿੰਦੇ ਹੋ ਜਾਂ ਜੋ ਵੀ ਤੁਸੀਂ ਆਪਣੀ ਗੱਲਬਾਤ ਮੀਡੀਆ ਦੇ ਸਾਹਮਣੇ ਰੱਖਦੇ ਹੋ ਉਹਦੀ ਜਾਂ ਉਹ ਨਹੀਂ ਮਤਲਬ ਮੰਨੀ ਜਾਂਦੀ, ਇਹਦੇ ਪਿੱਛੇ ਤੁਸੀਂ ਕੀ ਕਹਿਣਾ ਚਾਹੋਗੇ? ਮੈਨੂੰ ਲੱਗਦਾ ਹੈ ਕਿ ਸਾਡੇ ਸਿੰਘ ਸਾਹਿਬ ਨੂੰ ਸ਼ਾਇਦ ਸਾਬਕਾ ਸਿੰਘ ਸਾਹਿਬ ਗਿਆਨੀ ਇਕਬਾਲ ਸਿੰਘ ਹੋਰਾਂ ਨੇ ਤਨਖਾਹੀਆ ਹੋਣ ਦੀ ਗੱਲ ਤਾਂ ਦੱਸ ਦਿੱਤੀ ਕਿ ਸਾਨੂੰ ਉਹਨਾਂ ਨੇ ਤਨਖਾਹੀਆ ਇਕਬਾਲ ਸਿੰਘ ਹੋਰਾਂ ਨੇ ਕੀਤਾ ਸੀਗਾ, ਤੇ ਮੈਂ ਸਮਝਦਾ ਕਿ ਸਿੰਘ ਸਾਹਿਬ ਨੂੰ ਇਹ ਜਿਹੜੀਆਂ ਹੁਣ ਦੀਆਂ ਪ੍ਰਬੰਧਕ ਕਮੇਟੀਆਂ ਨੇ ਰਿਪੋਰਟਾਂ ਦਿੱਤੀਆਂ, ਜਾਂ ਹੁਣੇ 5 ਮੈਂਬਰੀ ਕਮੇਟੀ ਜਿਹੜੀ ਬਣੀ ਇੱਕ ਅਕਾਲ ਤਖਤ ਸਾਹਿਬ ਦੇ ਪੱਤਰ ਤੋਂ ਬਾਅਦ, ਔਰ ਇਹਨਾਂ ਦੇ ਸਲਾਹ ਮਸ਼ਵਰੇ ਕਰਕੇ ਮੌਜੂਦਾ ਪ੍ਰਧਾਨ ਅਵਤਾਰ ਸਿੰਘ ਹਿੱਤ ਹੋਰਾਂ ਨੇ ਇਹਨਾਂ ਦੇ ਨਾਲ ਸਲਾਹ ਮਸ਼ਵਰਾ ਕਰਕੇ ਇੱਕ 5 ਮੈਂਬਰੀ ਕਮੇਟੀ ਬਣਾਈ, ਜਿਹਦੇ ਵਿੱਚ 5 ਮੈਂਬਰ ਸਾਹਿਬਾਨ ਨੇ, ਔਰ ਉਹਨਾਂ ਨੇ ਆਪਣੀ ਇੱਕ ਰਿਪੋਰਟ ਤਿਆਰ ਕਰਕੇ 29 ਤਰੀਕ ਨੂੰ ਜਿਹੜੀ ਹੈ ਤਖਤ ਸਾਹਿਬ ਤੇ ਪ੍ਰਧਾਨ ਸਾਹਿਬ ਦੇ ਹਵਾਲੇ ਦੇ ਸਪੁਰਦ ਕੀਤੀ ਸੀ, ਔਰ 29 ਦਸੰਬਰ 2019 ਤੇ 30 ਦਸੰਬਰ ਨੂੰ ਜੋ ਮੇਰੇ ਕੋਲ ਜਾਣਕਾਰੀ ਹੈ, ਔਰ ਜਿਹਦੀ ਮੇਰੇ ਕੋਲ ਮੈਂ ਚਾਹੁੰਦਾ ਇਹ ਸਾਰੇ ਮੇਰੇ ਕੋਲ ਤੱਥ ਔਰ ਕਾਗਜ਼ ਵੀ ਮੌਜੂਦ ਨੇ, ਇਹਦੇ ਵਿੱਚ ਜਿਹੜਾ ਇਹਨਾਂ ਨੇ ਤਨਖਾਹੀਆ ਕੀਤਾ ਰਿਪੋਰਟ ਜਿਹੜੀ ਉਹਦੀ ਮੇਰੇ ਕੋਲ ਫੋਟੋਕਾਪੀ ਮੌਜੂਦ ਹੈ, ਕਿਉਂਕਿ ਦਾਸ ਹੀ ਤਖਤ ਸਾਹਿਬ ਤੇ ਗਿਆ ਸੀਗਾ, ਔਰ 30 ਦਸੰਬਰ 2019 ਨੂੰ ਪ੍ਰਧਾਨ ਸਰਦਾਰ ਅਵਤਾਰ ਸਿੰਘ ਹਿੱਤ ਹੋਰਾਂ ਨੇ ਇਹਨਾਂ ਨੂੰ ਚਿੱਠੀ ਪੱਤਰ ਲਿਖ ਕੇ ਦੱਸਿਆ ਇਹ ਰਿਪੋਰਟ ਹੈ, ਤੇ ਇਸ ਰਿਪੋਰਟ ਦੇ ਆਧਾਰ ਤੇ ਜਿਹੜਾ ਹੈ ਅਸੀਂ ਚਾਹੁੰਦੇ ਹਾਂ ਕਿ ਹੁਣ ਤੁਸੀਂ ਇਹਦਾ ਜਿਹੜਾ ਐਸਾ ਫੈਸਲਾ ਦਿਓ ਤਾਂ ਜੋ ਇਹਨਾਂ ਲੋਕਾਂ ਦਾ ਜਿਹੜੀ ਗਲਤਫਹਿਮੀ ਇੱਕ ਪੰਥ ਕੌਮ ਦੇ ਵਿੱਚ ਪਈ ਹੈ ਉਹ ਦੁਵਿਧਾ ਨੂੰ ਖਤਮ ਕੀਤਾ ਜਾਵੇ, ਵੀ ਇੱਥੋਂ ਹੀ ਇਹ ਫੈਸਲਾ ਪੰਜਾਂ ਸਿੰਘਾਂ ਵੱਲੋਂ ਹੋਇਆ ਤੇ ਪੰਜੋ ਸਿੰਘੋ ਹੀ ਇਸ ਦਾ ਇੱਕ ਮੈਸੇਜ ਦੇਣ ਜਿਹੜਾ ਕੌਮ ਨੂੰ ਜਾਵੇ।
ਜਦ ਕਿ ਇਸ ਤੋਂ ਪਹਿਲਾਂ ਮੈਂ ਸਮਝਦਾ ਹਾਂ, ਮੈਨੂੰ ਬੜੀ ਹੈਰਾਨੀ ਹੈ ਕਿ ਸਿੰਘ ਸਾਹਿਬ ਤਨਖਾਹੀਏ ਦੀ ਗੱਲ ਕਰ ਗਏ, ਬਟ ਤਿੰਨੋਂ ਉਹਨਾਂ ਦੀਆਂ ਰਿਪੋਰਟਾਂ ਔਰ ਇੱਥੋਂ ਦੇ ਰਿਕਾਰਡ ਬਾਰੇ ਔਰ ਜਿਹੜੀ ਉਹਨਾਂ ਨੂੰ ਰਿਪੋਰਟ ਦੇ ਕੇ ਜਿਹੜਾ ਮੈਂ ਇਹਨਾਂ ਕੋਲ ਆਇਆ ਵਾਂ, ਮੈਂ ਇੱਕ ਤਾਂ ਮੈਨੂੰ ਕਿਸੇ ਨੇ ਤਲਬ ਨਹੀਂ ਕੀਤਾ, ਇੱਕ ਗੱਲ ਨੂੰ ਸਮਝ ਲੈਣ, ਮੈਂ ਕੋਈ ਤਨਖਾਹੀਏ ਵਜੋਂ ਕੋਈ ਤਲਬ ਨਹੀਂ ਕੀਤਾ ਗਿਆ, ਮੈਂ ਆਪਣੀ ਸਵੈ ਇੱਛਾ ਅਨੁਸਾਰ, ਕਿਉਂਕਿ ਇੱਥੋਂ ਦੇ ਕੁਝ ਵਾਸਨੀਕਾਂ ਵੱਲੋਂ ਗਲਤਫਹਿਮੀ ਕ੍ਰੀਏਟ ਕਰਨ ਲਈ ਮੌਜੂਦਾ ਜਿਹੜੇ ਸਾਬਕਾ ਜਨਰਲ ਸਕੱਤਰ ਸਰਦਾਰ ਚਰਨਜੀਤ ਸਿੰਘ ਹੋਰਾਂ ਨੂੰ ਮੌਜੂਦਾ ਸਮੇਂ ਦੇ ਵਿੱਚ ਪ੍ਰਧਾਨ ਸਾਹਿਬ ਤੇ ਉਹਨਾਂ ਇੱਥੋਂ ਦੀ ਕਮੇਟੀ ਨੇ ਇੱਕ ਐਡਵਾਈਜ਼ਰ ਦੀ ਜ਼ਿੰਮੇਵਾਰੀ ਸੇਵਾਵਾਂ ਦਿੱਤੀਆਂ ਹਨ, ਔਰ ਉਹਨਾਂ ਨੇ ਬੜੀ ਖੁਸ਼ੀ ਨਾਲ ਉਸ ਨੂੰ ਤਨਦੇਹੀ ਨਾਲ ਲੈਣ ਕੇ ਔਰ ਨਿਭਾਉਣ ਦੀ ਵੀ ਵਚਨਬੱਧਤਾ ਕੀਤੀ ਹੈ। ਮੈਂ ਬੜਾ ਖੁਸ਼ ਹਾਂ ਇਸ ਗੱਲ ਤੇ, ਚਰਨਜੀਤ ਸਿੰਘ ਹੋਰਾਂ ਨੇ ਵੀ ਜਿਹੜਾ ਇੱਕ ਜਨਰਲ ਸਕੱਤਰ ਹੋ ਕੇ ਵੀ ਅੱਜ ਵੀ ਉਹ ਕਹਿੰਦੇ ਨੇ ਮੈਂ ਜਦ ਤੱਕ ਜਿੰਨਾ ਸੇਵਾ ਦਿਆਂਗਾ, ਉਹਨਾਂ ਦੀਆਂ ਸੇਵਾਵਾਂ ਨੂੰ ਰੋਕਣ ਲਈ ਇੱਕ ਗਲਤਫਹਿਮੀ ਕ੍ਰੀਏਟ ਕੀਤੀ ਗਈ ਔਰ ਅਕਾਲ ਤਖਤ ਸਾਹਿਬ ਤੇ ਚਿੱਠੀ ਭੇਜੀ, ਔਰ ਜਿਹਦੇ ਕਰਕੇ ਅਕਾਲ ਤਖਤ ਸਾਹਿਬ ਦੇ ਸਿੰਘ ਸਾਹਿਬ ਨੇ, ਕਿਉਂਕਿ ਤਨਖਾਹੀਆ ਦਾ ਮੈਂ ਸਮਝਦਾ ਇੱਕ ਸਿੱਖ ਨੂੰ ਤਨਖਾਹੀਆ ਕਰਨਾ ਔਰ ਹੋਣਾ ਬੜੀ ਵੱਡੀ ਗੱਲ ਹੈ, ਇਹ ਕੋਈ ਮਾਮੂਲੀ ਗੱਲ ਨਹੀਂ ਹੈ। ਇਹ ਤੇ ਲੱਗਦਾ ਹੈ ਜਿਵੇਂ ਇੱਕ ਮੁਜਰਮ ਨੂੰ ਸਜ਼ਾ ਦਿੱਤੀ ਹੋਵੇ ਔਰ ਅਸੀਂ ਇੱਕ ਮੁਜਰਮ ਹੋਈਏ, ਸਜ਼ਾ ਯਾਫਤਾ ਮੁਜਰਮ ਹੋਈਏ। ਮੈਂ ਸਿਰਫ ਇਹ ਗੱਲ ਬਾਰ-ਬਾਰ ਇੱਥੇ ਕਵਾਂ, ਆਪ ਜੀ ਨੂੰ ਦੱਸਾਂਗਾ ਔਰ ਮੈਂ ਇਹਦਾ ਜਵਾਬ ਸਿੰਘ ਸਾਹਿਬ ਤੋਂ ਵੀ ਮੰਗਾਂਗਾ ਕਿ ਇਹ ਦੱਸਣ ਕਿ ਅਸੀਂ ਕਿਹੜੇ ਮੁਜਰਮ ਹਾਂ ਔਰ ਕਿਹੜੇ ਦੋਸ਼ਾਂ ਤਹਿਤ ਸਾਨੂੰ ਦੋਸ਼ ਮੁਕਤ ਕੀਤਾ ਗਿਆ, ਕਿਉਂਕਿ ਅਸੀਂ ਉਹ ਰਿਪੋਰਟ ਦੇ ਵਿੱਚ ਵੀ ਔਰ ਉਸ ਤੋਂ ਪਹਿਲੀਆਂ ਵੀ 3 ਰਿਪੋਰਟਾਂ ਜਿਹੜੀਆਂ ਬਣੀਆਂ ਨੇ ਉਹਦੇ ਵਿੱਚ ਸਾਫ਼ ਲਿਖਿਆ ਗਿਆ। ਔਰ ਮੈਂ ਤੁਹਾਨੂੰ ਥੋੜ੍ਹੀਆਂ ਤਰੀਕਾਂ ਦੱਸ ਦਿੰਦਾ। ਅੱਜ ਇੱਕ ਸਭ ਤੋਂ ਪਹਿਲੀ ਕਮੇਟੀ ਦੀ ਰਿਪੋਰਟ ਬਣੀ ਸੀ ਜੀ 15/3/2014 ਦੇ ਵਿੱਚ, ਉਹਦੇ ਵਿੱਚ ਵੀ ਬਕਾਇਦਾ ਗਿਆਨੀ ਇਕਬਾਲ ਸਿੰਘ ਨੂੰ ਦੋਸ਼ੀ ਮੰਨਿਆ ਗਿਆ ਸੀਗਾ ਔਰ ਉਹਨਾਂ ਨੂੰ ਇਹ ਸਾਰੀਆਂ ਚੀਜ਼ਾਂ ਤੋਂ ਬਰਖਾਸਤ ਕਰ ਦਿੱਤਾ ਗਿਆ ਸੀ ਔਰ ਉਹਨਾਂ ਨੂੰ 3 ਮੌਕੇ ਦਿੱਤੇ ਸੀ। 6 ਮਹੀਨੇ ਦਾ ਸਮਾਂ ਲੱਗਾ ਸੀ, ਕੋਈ 6 ਦਿਨਾਂ ਵਿੱਚ ਇਹ ਰਿਪੋਰਟਾਂ ਤਿਆਰ ਨਹੀਂ ਹੋਈਆਂ ਔਰ 6 ਦਿਨਾਂ ਹੀ ਫੈਸਲੇ ਨਹੀਂ ਹੋਏ। ਔਰ ਉਸ ਤੋਂ ਬਾਅਦ ਜਾ ਕੇ ਇਸ ਬਾਰੇ ਜਿਹੜੀ ਸਟੇਟਮੈਂਟ ਜਿਹੜੀ ਦਰਜ ਕਰਾਈ ਪ੍ਰਧਾਨ ਅਵਤਾਰ ਸਿੰਘ ਮੱਕੜ ਹੋਰਾਂ ਨੇ ਤਖਤ ਹਜੂਰ ਸਾਹਿਬ ਤੇ, ਉਹਦੀ ਵੀ ਮਿੰਟਸ ਬੁੱਕ ਦੇ ਮੇਰੇ ਕੋਲ ਕਾਗਜ਼ ਨੇ, ਜਦੋਂ ਮੈਨੂੰ ਕਹਿਣਗੇ ਜਿੱਥੇ ਕਹਿਣਗੇ ਮੈਂ ਪੇਸ਼ ਕਰ ਸਕਦਾ ਵਾਂ, ਮੈਂ ਦਿਖਾ ਸਕਦਾ। ਔਰ ਇਹਦੀਆਂ ਸਿੰਘ ਸਾਹਿਬ ਨੂੰ ਦਿੱਤੀਆਂ ਗਈਆਂ ਨੇ ਬਕਾਇਦਾ ਆਪਣੇ ਵੱਲੋਂ, ਔਰ ਤਖਤ ਸਾਹਿਬ ਦੇ ਵਿੱਚ ਦਿੱਤੀਆਂ ਗਈਆਂ, ਗੁਰੂ ਮਹਾਰਾਜ ਦੀ ਹਜ਼ੂਰੀ ਵੀ ਦਿੱਤੀਆਂ ਗਈਆਂ ਨੇ, ਪੰਜੋ ਸਿੰਘ ਸਾਹਿਬਾਂ ਨੂੰ ਦਿੱਤੀਆਂ ਗਈਆਂ ਨੇ। ਅਗਰ ਪੰਜੋ ਸਿੰਘ ਸਾਹਿਬ ਆਪਣੇ ਅਹੁਦੇ ਦਾ ਮਾਣ ਸਤਿਕਾਰ ਰੱਖਦੇ ਨੇ, ਕਰਦੇ ਨੇ, ਤੇ ਸੱਚ ਔਰ ਗੁਰਮਤਿ ਦੀ ਰੋਸ਼ਨੀ ਦੇ ਵਿੱਚ ਗੱਲ ਕਰਨ ਕਿ ਉਹਨਾਂ ਨੂੰ ਇਹ ਰਿਪੋਰਟਾਂ ਔਰ ਇਹਦੇ ਬਾਰੇ ਨਹੀਂ ਪਤਾ। ਜੇ ਅੱਜ ਉਹ ਇਹ ਬਿਆਨ ਦੇ ਰਹੇ ਨੇ, ਮੈਂ ਵੀ ਇੱਕ ਅਖਬਾਰ ਹੀ ਪੜ੍ਹਿਆ, ਮੇਰੇ ਦਿਲ ਨੂੰ ਠੇਸ ਪਹੁੰਚੀ ਹੈ, ਮੈਂ ਇਹਦੇ ਬਾਰੇ ਉਹਨਾਂ ਨੂੰ ਚਿੱਠੀ ਭੇਜ ਰਿਹਾ ਇੱਕ ਕਿ ਮੈਨੂੰ ਸਪਸ਼ਟ ਕੀਤਾ ਜਾਏ ਕਿ ਅਸੀਂ ਤਨਖਾਹੀਏ ਕਿਸ ਗੱਲੋਂ ਹੈਗੇ ਆ। ਔਰ ਇਹਦੇ ਬਾਰੇ ਅਵਤਾਰ ਸਿੰਘ ਮੱਕੜ ਹੋਰਾਂ ਨੇ ਇਹ ਤੱਕ ਵੀ ਕਿਹਾ ਕਿ ਵੀ ਗਿਆਨੀ ਇਕਬਾਲ ਸਿੰਘ ਨੂੰ ਮੁੜ ਮੈਂ ਔਰ ਜਨਰਲ ਸਕੱਤਰ ਸਰਜਿੰਦਰ ਸਿੰਘ ਨੇ ਮੁੜ ਬਹਾਲ ਕੀਤਾ ਵੇ 2015 ਦੇ ਵਿੱਚ। ਉਹਦੀ ਮਿੰਟਸ ਦੀ ਕਾਰਵਾਈ ਦਾ ਮੈਂ ਤੁਹਾਨੂੰ ਨੰਬਰ ਦੇ ਦੇਣਾ ਅੱਜ ਬਕਾਇਦਾ, ਅਗਰ ਉਹ ਕੱਢ ਕੇ ਦੇਖ ਲੈਣ, ਜੇ ਅਗਰ ਖੁਰਦ-ਪੁਰਦ ਹੋ ਗਏ ਤੇ ਮੇਰੇ ਕੋਲ ਉਹਦੇ ਕਾਪੀਆਂ ਲੈ ਲੈਣ, ਉਹਦੇ ਤੇ ਸਾਈਨ ਕੀਤੇ ਹੋਏ ਨੇ ਸਰਦਾਰ ਸਰਜਿੰਦਰ ਸਿੰਘ ਹੋਰਾਂ ਦੇ। ਉਹਦਾ ਨੰਬਰ ਹੈਗਾ ਜੇ 36/17/2015, ਮਿਤੀ 14/3/2015 ਦੇ ਅਨੁਸਾਰ ਗਿਆਨੀ ਇਕਬਾਲ ਸਿੰਘ ਹੋਰਾਂ ਦੀ ਮੁੜ ਬਹਾਲੀ ਹੋਈ ਔਰ ਉਹ ਆਪਣੇ ਅਹੁਦੇ ਤੇ, ਜਿਸ ਵੇਲੇ ਉਹ 2 ਹੁਕਮਨਾਮੇ ਜਾਰੀ ਕਰਦੇ ਨੇ, ਉਹ ਆਪਣੇ ਅਹੁਦੇ ਤੇ ਨਹੀਂ ਹਨ। ਤੇ ਜਿਹੜਾ ਉਹਨਾਂ ਨੇ ਆਪਣੇ ਅਹੁਦੇ ਤੇ ਨਾ ਹੋਣ ਕਰਕੇ ਜਿਹੜਾ ਲੈਟਰ ਹੈਡ ਨੂੰ ਯੂਜ਼ ਕੀਤਾ ਔਰ ਜਿਹੜਾ ਫਰਮਾਨ ਜਾਰੀ ਕੀਤਾ ਹੈ, ਮੈਂ ਸਮਝਾਂ ਜਿੱਥੇ ਉਹਨਾਂ ਨੇ ਗੁਰਮਤ ਦੇ ਖਿਲਾਫ ਇਹ ਗੱਲ ਕੀਤੀ ਹੈ, ਅਗਰ ਉਹ ਕਾਨੂੰਨੀ ਦਾਇਰੇ ਦੀ ਗੱਲ ਕਰੀਏ ਤੇ ਉਹ ਵੀ ਇੱਕ ਬੜਾ ਵੱਡਾ ਜੁਰਮ ਹੈ ਕਿ ਵੀ ਤੁਸੀਂ ਇਹੋ ਜਿਹਾ ਕੋਈ ਵੀ ਆਰਡਰ ਜਿਹਦੇ ਨਾਲ ਇਹੋ ਦਾ ਮਾਨ ਸਨਮਾਨ ਘਟਦਾ ਹੈ, ਉਹਨਾਂ ਦੇ ਮਾਨ ਨੂੰ ਠੇਸ ਪਹੁੰਚਦੀ ਹੈ, ਉਹਦੇ ਬਾਰੇ ਕਾਨੂੰਨੀ ਕਾਰਵਾਈ ਵੀ ਹੋ ਸਕਦੀ ਹੈ। ਮੈਂ ਸਮਝਦਾ ਇਹਦੇ ਨਾਲ ਜਿਹੜੇ ਸਿੰਘ ਸਾਹਿਬਾਨ ਸਨ ਉਹ ਵੀ ਨਾਲ ਉਹਨੇ ਹੀ ਬਰਾਬਰ ਦੇ ਦੋਸ਼ੀ ਹਨ ਜਿੰਨਾ ਕਿ ਗਿਆਨੀ ਇਕਬਾਲ ਸਿੰਘ ਹੋਰੀ ਸਨ। ਮੇਰਾ ਗਿਆਨੀ ਇਕਬਾਲ ਸਿੰਘ ਜੀ ਨਾਲ ਕੋਈ ਨਿੱਜੀ ਵਿਰੋਧ ਨਹੀਂ ਸੀ, ਨਹੀਂ ਹੈ। ਮੇਰਾ ਉਹਨਾਂ ਦੇ ਨਾਲ ਸਿਰਫ ਔਰ ਸਿਰਫ ਪੰਥਕ ਔਰ ਜਿਹੜੀਆਂ ਸਾਡੀਆਂ ਤਖਤ ਸਾਹਿਬ ਦੀਆਂ ਮਾਨ ਮਰਿਆਦਾਵਾਂ ਨੂੰ ਠੇਸ ਪਹੁੰਚਦੀ ਸੀ, ਉਹਨਾਂ ਕਰਕੇ ਵਿਰੋਧ ਚੱਲਦਾ ਰਿਹਾ। ਔਰ ਮੈਂ ਕੋਈ ਵੀ ਵਿਅਕਤੀ ਹੋਏਗਾ ਜਿਹੜਾ ਗੁਰਮਤ ਦੇ ਸਿਧਾਂਤ ਤੋਂ ਔਰ ਕੌਮ ਨੂੰ ਢਾਹ ਲਾਉਣ ਦੀ ਗੱਲ ਕਰੇਗਾ ਔਰ ਮੰਤਸ਼ਾਹੀ ਵੱਲ ਜਾਏਗਾ, ਮੈਂ ਉਹਦੇ ਖਿਲਾਫ ਜਾਂਦਾ ਰਵਾਂਗਾ ਔਰ ਜਾਂਦਾ ਰਵਾਂਗਾ। ਇਹ ਮੇਰੇ ਅਖੀਰਲੇ ਸਾਹਾਂ ਤੱਕ ਹੈਗਾ। ਔਰ ਸਿੰਘ ਸਾਹਿਬ ਨੂੰ ਇਹ ਪੁੱਛਿਆ ਜਾਵੇ ਕਿ ਵੀ ਆਪ ਜੀ ਨੇ ਜਿਹੜਾ 8 ਫਰਵਰੀ ਦਾ ਸਮਾਂ ਦਿੱਤਾ ਹੈ ਉਹ ਮੈਨੂੰ ਤਲਬ ਨਹੀਂ ਕੀਤਾ ਸੀ, ਔਰ ਤਖਤ ਸਾਹਿਬ ਦੇ ਉੱਤੇ ਜਿਸ ਵੇਲੇ ਉਹਨੇ 8 ਫਰਵਰੀ ਦੀ ਗੱਲ ਕੀਤੀ ਸੀ, ਤਕਰੀਬਨ ਪੂਰੇ 2 ਮਹੀਨੇ ਦਾ ਸਮਾਂ ਸੀਗਾ। ਦਾਸ ਕੈਨੇਡਾ ਦੇ ਵਿੱਚ ਰਹਿੰਦਾ ਹੈ ਔਰ ਕੈਨੇਡਾ ਤੋਂ ਆਪਣੇ ਪਰਿਵਾਰ ਨਾਲ ਕਾਰ ਵਿਹਾਰ ਕਰਦਾ ਹੈ। ਇੱਥੋਂ ਦੀ ਜਾ ਕੇ ਆਪਣੀ ਜੋ ਕਿਰਤ ਦੀ ਹੁੰਦੀ ਹੈ ਕਮਾਈ, ਉਹਦੇ ਵਿੱਚੋਂ 10 ਲਾ ਕੇ, ਮੈਂ ਸਮਝਦਾ 10 ਮਹਾਰਾਜ ਨੇ ਹੁਕਮ ਕੀਤਾ, ਮੈਂ ਸ਼ਾਇਦ ਕਈ ਉਸ ਤੋਂ ਗੁਣਾ ਜਿੰਨਾ ਵੀ ਮੇਰੀ ਸਮਰੱਥਾ ਹੁੰਦੀ ਹੈ ਖਰਚ ਕੇ ਮੈਂ ਜਾ ਕੇ ਸੇਵਾ ਕਰਦਾ। ਔਰ ਮੈਂ ਇਹ ਸੇਵਾ 2012 ਤੋਂ 15 ਜਦੋਂ
ਚੇਅਰਮੈਨ ਮੁੱਖ ਸੇਵਾਦਾਰ ਧਰਮ ਪ੍ਰਚਾਰ ਕਮੇਟੀ ਦਾ ਸੀ, ਤਾਂ ਵੀ ਕੈਨੇਡਾ ਤੋਂ ਜਾ ਕੇ ਕਰਦਾ ਸੀਗਾ ਔਰ ਕਦੀ ਕਿਸੇ ਕੋਲੋਂ ਕੋਈ ਪੱਤਾ ਜਾਂ ਕੋਈ ਕਿਰਾਇਆ ਅੱਜ ਤੱਕ ਨਹੀਂ ਲਿਆ। ਮੈਂ ਸਿਰਫ ਸੇਵਾ ਦੇ ਤੌਰ ਤੇ ਸੇਵਾ ਨਿਭਾਈ ਔਰ ਸੇਵਾ ਦੇ ਤੌਰ ਤੇ ਹੀ ਨਿਭਾਉਂਦਾ ਰਵਾਂਗਾ, ਕਿਰਤ ਮੈਂ ਵੱਖਰੀ ਕਰਾਂਗਾ। ਇਹ ਸਿੰਘ ਸਾਹਿਬ ਨੂੰ ਇਸ ਗੱਲ ਦਾ ਪੁੱਛਿਆ ਜਾਏ, ਉਹਨਾਂ ਨੂੰ ਕਿਹਾ ਜਾਏ ਕਿ ਸੱਚ ਜਿਹੜਾ ਹੈ ਉਹ ਦੱਸਣ। ਜੇ ਸੱਚ ਉਹ ਵੀ ਤਖਤ ਸਾਹਿਬ ਦੇ ਉੱਤੇ ਖਲੋ ਕੇ ਮੈਂ ਪੰਜਾਂ ਸਿੰਘਾਂ ਦੇ ਸਾਹਮਣੇ ਔਰ ਗੁਰੂ ਸਾਹਿਬ ਦੀ ਹਜ਼ੂਰੀ ਦੇ ਵਿੱਚ ਇਹ ਗੱਲ ਮੈਂ ਸਾਫ਼ ਸਪਸ਼ਟ ਸ਼ਬਦਾਂ ਵਿੱਚ ਕਹੀ ਸੀ ਸਿੰਘ ਸਾਹਿਬ ਕਿ ਜੇ ਇਹ ਫੈਸਲਾ ਪਹਿਲੇ ਹੋ ਸਕੇ ਵਧੀਆ ਕਿ ਦਾਸ ਨੇ ਵਾਪਸ ਮੁੜਨਾ ਹੈ ਕੈਨੇਡਾ, ਤੇ ਮੇਰੇ ਕੋਲ ਇੰਨਾ ਸਮਾਂ ਨਹੀਂ ਹੈ, ਨਹੀਂ ਤਾਂ ਫਿਰ ਜਦੋਂ ਮੈਂ ਆਵਾਂਗਾ ਤਾਂ ਮੈਂ ਆਪ ਜੀ ਦੇ ਦਰਸ਼ਨ ਕਰਾਂਗਾ। ਉਹਨਾਂ ਨੇ ਕਿਹਾ ਕੋਈ ਨਹੀਂ, ਬਾਕੀ ਤੇ ਹੈ ਨੇ, ਕਿਉਂਕਿ ਮੈਂ ਇਕੱਲਾ ਇਨਸਾਨ ਉਸ ਤਨਖਾਹੀਏ ਦੇ ਵਿੱਚ ਨਹੀਂ ਸੀਗਾ, ਲੇਕਿਨ ਮੈਂ ਉਹ ਸਾਰਿਆਂ ਵੱਲੋਂ ਮੈਂ ਸਮਝਦਾ ਵਾਂ ਜਿਹੜੇ 7 8 9 ਬੰਦੇ ਹੈਗੇ ਆ, ਉਹ ਸਾਰਿਆਂ ਵੱਲੋਂ ਮੈਂ ਉਹ ਰਿਪੋਰਟ ਔਰ ਉਹਦੀ ਇੱਕ ਜਿਹੜੀ ਪੇਸ਼ ਕੀਤੀ ਸੀ ਵੀ ਸਿੰਘ ਸਾਹਿਬ ਜਿਹੜੇ ਨੇ ਵੀ ਇੱਥੋਂ ਗਲਤ ਫੈਸਲਾ, ਜੇ 5 ਸਿੰਘ ਸਾਹਿਬ ਉਹੀਓ ਸਿੰਘ ਸਾਹਿਬ ਵਿੱਚ ਹਾਜ਼ਰ ਨੇ ਵੀ ਇੱਕ ਮੈਸੇਜ ਗਿਆ ਵੀ ਤਖਤ ਪਟਨਾ ਸਾਹਿਬ ਤੋਂ ਹੈ, ਤੇ ਜੇ ਅੱਜ ਤਖਤ ਪਟਨਾ ਸਾਹਿਬ ਦੇ ਸਿੰਘ ਸਾਹਿਬ ਇਹਦਾ ਸਪਸ਼ਟੀਕਰਨ ਔਰ ਕੌਮ ਦੇ ਲਈ ਇਹ ਸੁਨੇਹਾ ਦੇ ਦੇਣ ਤੇ ਬੜੀ ਅੱਛੀ ਗੱਲ ਹੋਏਗੀ ਕਿ ਸੱਚ ਦੀ ਗੱਲ ਕਰਨਗੇ ਵੀ ਜੋ ਪਿਛਲੇ ਸਿੰਘ ਸਾਹਿਬ ਨੇ ਨਹੀਂ ਕੀਤੀ। ਔਰ ਅੱਜ ਮੈਂ ਸਮਝਦਾ ਵਾਂ ਕਿ ਕਿਤੇ ਨਾ ਕਿਤੇ ਮੈਨੂੰ ਨਹੀਂ ਸਮਝ ਆ ਰਹੀ ਵੀ ਸਿੰਘ ਸਾਹਿਬ ਇਸ ਗੱਲ ਤੋਂ ਕਿਉਂ ਪਿੱਛੇ ਹਟ ਰਹੇ ਨੇ, ਜਾਂ ਉਹ ਇਹਨਾਂ ਦੀ ਜਿਹੜੀ ਰਿਪੋਰਟ ਹੈ ਉਸ ਨੂੰ ਕਿਉਂ ਝੁਠਲਾ ਦਿੱਤਾ ਜਾਂ ਉਹਦੇ ਬਾਰੇ ਅੱਜ ਤੱਕ ਗੱਲ ਨਹੀਂ ਕੀਤੀ, ਕਿਉਂਕਿ ਰਿਪੋਰਟ ਜਿਹੜੀ ਹੈ ਦਸੰਬਰ ਦੀ ਗਈ ਹੋਈ ਹੈ। ਮੈਂ 3 ਜਨਵਰੀ ਨੂੰ ਤਖਤ ਸਾਹਿਬ ਤੇ ਪੇਸ਼ ਆਇਆ। ਅੱਛਾ, ਇਸ ਦੇ ਵਿੱਚ ਮੈਂ 26 ਜਨਵਰੀ ਨੂੰ ਦਾਸ ਸਿੰਘ ਸਾਹਿਬ ਨੂੰ ਦਿੱਲੀ ਦੇ ਵਿੱਚ ਇੱਕ ਸਮਾਗਮ ਦੇ ਦੌਰਾਨ ਮਿਲਿਆ ਔਰ ਉਹਨਾਂ ਨੂੰ ਫਿਰ ਇਹ ਬੇਨਤੀ ਕੀਤੀ ਕਿ ਮੈਂ ਸਿੰਘ ਸਾਹਿਬ ਜੀ, ਮੇਰੀ ਟਿਕਟ ਹੈ, ਮੈਂ ਚਲੇ ਜਾਣਾ ਹੈ ਔਰ ਮੈਂ 7 ਤਰੀਕ ਦੀਆਂ ਸ਼ਾਇਦ ਵੋਟਾਂ ਸਨ ਦਿੱਲੀ, ਔਰ 7 ਰਾਤ ਦੀ 8 ਸਵੇਰ ਦੀ ਮੇਰੀ ਉੱਥੋਂ ਦੀ ਫਲਾਈਟ ਸੀਗੀ, ਕਿਉਂਕਿ ਮੈਂ ਆਲਰੇਡੀ 1 ਮਹੀਨਾ ਅੱਗੇ ਕਰਾਈ ਸੀ ਤੇ ਬਾਰ-ਬਾਰ ਇੰਨੀ ਮੇਰੀ ਸਮਰੱਥਾ ਨਹੀਂ ਹੈ ਕਿ ਮੈਂ ਉਸ ਨੂੰ ਟਿਕਟਾਂ ਨੂੰ ਪੈਸੇ ਖਰਚਦਾ, ਤੇ ਨਾਲੇ ਮੈਂ ਨਾ ਤਲਬ ਹੋਣ ਕਰਕੇ ਆਇਆ, ਨਾ ਮੈਂ ਆਪਣੇ ਆਪ ਨੂੰ ਤਨਖਾਹੀਆ ਸਮਝਦਾ ਹੋਇਆ ਆਇਆ ਸਾਂ। ਮੈਂ ਉਹ ਰਿਪੋਰਟ ਔਰ ਪਿਛਲੀਆਂ ਕਾਰਵਾਈਆਂ ਦਿਖਾ ਕੇ ਇਹ ਦੱਸਣਾ ਚਾਹੁੰਦਾ ਸੀ ਕਿ ਵੀ ਚਰਨਜੀਤ ਸਿੰਘ ਹੋਰਾਂ ਨੂੰ ਜਾਂ ਕਿਸੇ ਨੂੰ ਵੀ ਜਿਹੜੀ ਸੇਵਾਵਾਂ ਦੀ ਰੋਕ ਲਗਾਈ ਜਾਂਦੀ ਹੈ ਜਾਂ ਇਹੋ ਜਿਹਾ ਦੁਸ਼ਪ੍ਰਚਾਰ ਕੀਤਾ ਜਾਂਦਾ, ਉਹ ਗਲਤ ਹੈਗਾ। ਔਰ ਉਹ ਮੈਂ ਚਾਹੁੰਦਾ ਸੀਗਾ ਵੀ ਸਾਡੇ ਸਾਰਿਆਂ ਤੋਂ ਇੱਕ ਵੱਡੀ ਲੀਕ ਪਾਉਂਦੇ, ਅਸੀਂ ਸਾਰੀਆਂ ਰਿਪੋਰਟਾਂ ਦੇ ਉਸ ਆਧਾਰ ਦੇ ਉੱਤੇ ਆਪਣਾ ਇੱਕ 5 ਸਿੰਘ ਸਾਹਿਬ ਆਪਣਾ ਇੱਕ ਗੁਰਮਤ ਔਰ ਸੱਚਾਈ ਦੀ ਰੋਸ਼ਨੀ ਦੇ ਵਿੱਚ ਇਹਦਾ ਸੰਗਤ ਨੂੰ ਸੁਨੇਹਾ ਦਿੰਦੇ, ਪਰ ਉਹ ਅਫਸੋਸ ਹੈ ਅੱਜ ਤੱਕ ਉਹਨਾਂ ਨੇ ਉਹੋ ਜੀ ਗੱਲ ਨਹੀਂ ਕੀਤੀ। 2-3 ਜਿਹੜੇ ਸ਼ਖਸੀਅਤ ਉੱਥੇ ਗਈਆਂ ਨੇ ਉਹਨਾਂ ਨੇ ਇਹ ਕਹਿਤਾ ਵੀ ਉਹ ਅੱਜ ਮੇਰੇ ਨਾਲ ਜੋ ਪਰਸਨਲੀ ਗੱਲ ਕਰਦੇ ਨੇ, ਉਹ ਕਹਿੰਦੇ ਨੇ ਵੀ ਅਸੀਂ ਹੋ ਤੇ ਆਏ ਹਾਂ ਕਿਉਂਕਿ ਅਸੀਂ ਤਖਤ ਸਾਹਿਬ ਦਾ ਮਾਨ ਸਨਮਾਨ ਰੱਖਦੇ ਹਾਂ, ਲੇਕਿਨ ਉਹਨਾਂ ਦੇ ਫੈਸਲੇ ਦੇ ਨਾਲ ਅਸੀਂ ਕਿਧਰੇ ਹਲੇ ਸਹਿਮਤ ਨਹੀਂ ਹਾਂ, ਕਿਉਂਕਿ ਉਹਦੇ ਵਿੱਚ ਇੱਕ ਲਫ਼ਜ਼ ਹੈ ਦੋਸ਼ ਮੁਕਤ ਕੀਤਾ ਗਿਆ। ਦੋਸ਼ ਮੁਕਤ ਦਾ ਮਤਲਬ ਹੈ ਕਿ ਤੁਸੀਂ ਦੋਸ਼ੀ ਹੋ ਤੇ ਦੋਸ਼ ਮੁਕਤ ਕੀਤਾ ਗਿਆ। ਔਰ ਉਹਨਾਂ ਕੋਲੇ ਇੱਕ ਪੱਤਰ ਲਿਖਵਾਇਆ ਜਾਂਦਾ ਤਖਤ ਸਾਹਿਬ ਦਰਬਾਰ ਸਾਹਿਬ ਦੇ ਵਿੱਚ ਕਿ ਇਹਦੇ ਵੀ ਲਿਖ ਦੋ ਕਿ ਜਾਣੇ ਅਣਜਾਣੇ ਦੇ ਵਿੱਚ ਸਾਡੇ ਕੋਲ ਕੋਈ ਗਲਤੀ ਹੋਈ ਹੈ ਤੇ ਸਾਨੂੰ ਮਾਫ ਕਰ ਦਿੱਤਾ ਜਾਏ। ਮੈਂ ਸਮਝਦਾ ਜਾਂ ਮੈਂ ਇਸ ਗੱਲ ਬਾਰੇ ਸਾਰੀ ਕੌਮ ਨੂੰ ਪੁੱਛਣਾ ਚਾਹਨਾ ਵਾ, ਸਮੂਹ ਜਗਤ ਨੂੰ ਪੁੱਛਦਾ ਕਿ ਅਗਰ ਕਿਸੇ ਕਾਨੂੰਨੀ ਕੋਰਟ ਦੇ ਵਿੱਚ ਤੁਸੀਂ ਮੁਜਰਮ ਤੁਹਾਡੇ ਤੇ ਕੋਈ ਮੁਕਦਮਾ ਚੱਲ ਰਿਹਾ ਹੋਵੇ ਔਰ ਤੁਸੀਂ ਉੱਥੇ ਜਾ ਕੇ ਕਹੋ ਕਿ ਜੀ ਠੀਕ ਹੈ ਜੀ ਮੇਰੇ ਤੋਂ ਅਗਰ ਕੋਈ ਜਾਣੇ ਅਣਜਾਣੇ ਗਲਤੀ ਹੋਈ ਹੈ ਤੇ ਜੱਜ ਸਾਹਿਬ ਮੈਨੂੰ ਮਾਫ ਕਰ ਦਿਓ, ਜੱਜ ਸਾਹਿਬ ਕੀ ਮਾਫ ਕਰਨਗੇ? ਉਹ ਕਹਿਣਗੇ ਜਾਣੇ ਅਣਜਾਣੇ ਦਾ ਮਤਲਬ ਗਲਤੀ ਤੇਰੇ ਕੋਲ ਹੋਈ ਹੈ ਨਾ, ਉਹਦੇ ਬਾਰੇ ਗੱਲ ਕੀਤੀ ਜਾਏਗੀ, ਪ੍ਰਮਾਣ ਲਿੱਤੇ ਜਾਣਗੇ। ਤੇ ਜਾਣੇ ਅਣਜਾਣੇ ਗਲਤੀ ਦਾ ਮਤਲਬ ਤੇ ਹੈਗਾ ਗਲਤੀ ਤੇ ਹੋਈ ਹੈ ਤੇ ਉਹਦੇ ਬਾਰੇ ਫਾਈਨ ਤੇ ਹੈ, ਸਜ਼ਾ ਤੇ ਤੈਨੂੰ ਹੈ ਵੇ। ਜੇ ਅਗਰ ਮੈਨੂੰ ਇਹ ਦੱਸਣ ਕਿ ਦੋਸ਼ ਹੈਗਾ ਤੇ ਦੋਸ਼ ਸਾਬਤ ਕੀਤਾ ਜਾਵੇ ਪਹਿਲਾਂ, ਫਿਰ ਸਾਨੂੰ ਦੋਸ਼ ਮੁਕਤ ਦੀ ਗੱਲ ਕੀਤੀ ਜਾਵੇ। ਨਹੀਂ ਤਾਂ ਜਿਹੜੀਆਂ ਰਿਪੋਰਟਾਂ ਨੇ ਹੁਣ ਜਿਹੜੀ ਮੌਜੂਦਾ ਜਾਂਚ ਕਮੇਟੀਆਂ ਬਣੀਆਂ, ਜਿਹੜੀਆਂ ਪਹਿਲੇ ਵੀ ਬਣੀਆਂ, ਮੈਂ ਆਪ ਜੀ ਨੂੰ ਪਿਛਲੀ ਵੀ ਜ਼ਿਕਰ ਕਰ ਰਿਹਾ, ਔਰ ਹੁਣ ਅਕਾਲ ਤਖਤ ਸਾਹਿਬ ਜੀ ਦੇ ਪੱਤਰ ਤੋਂ, ਸਿੰਘ ਸਾਹਿਬ ਦੇ ਪੱਤਰ ਤੋਂ ਬਾਅਦ ਪ੍ਰਧਾਨ ਸਾਹਿਬ ਸਰਦਾਰ ਅਵਤਾਰ ਸਿੰਘ ਹਿਤੌਰਾ ਦੇ, ਔਰ ਉਹਦੇ ਵਿੱਚ ਇਹ ਜ਼ਿਕਰ ਹੈ ਕਿ ਉਹਨਾਂ ਨੇ ਸਿੰਘ ਸਾਹਿਬ ਗਿਆਨੀ ਰਣਜੀਤ ਸਿੰਘ ਹੋਰਾਂ ਨਾਲ ਸਲਾਹ ਮਸ਼ਵਰਾ, ਔਰ ਉਹਦੇ ਬਾਅਦ ਇਹ 5 ਮੈਂਬਰੀ ਕਮੇਟੀ ਬਣਾਈ ਗਈ। ਔਰ 5 ਮੈਂਬਰੀ ਕਮੇਟੀ ਦੇ ਵਿੱਚ ਸਾਡੇ ਧਰਮ ਪ੍ਰਚਾਰ ਦੇ ਮੁੱਖ ਸੇਵਾਦਾਰ ਲਖਵਿੰਦਰ ਸਿੰਘ ਲੱਖਾ ਜੀ ਨੇ, ਸਾਡੇ ਮੀਤ ਪ੍ਰਧਾਨ ਸਰਦਾਰ ਇੰਦਰਜੀਤ ਸਿੰਘ ਜੀ ਸਨ, ਸਾਡੇ ਜਗਜੋਤ ਸਿੰਘ ਜੀ ਮੈਂਬਰ ਸੋਹੀ ਸਾਹਿਬ ਮੈਂਬਰ ਹੈਗੇ ਨੇ, ਸਰਦਾਰ ਤਰਲੋਚਨ ਸਿੰਘ ਜੀ ਮੈਂਬਰ ਹੈਗੇ ਨੇ, ਸਰਦਾਰ ਕਮਿੱਕਰ ਸਿੰਘ ਜੀ ਮੈਂਬਰ ਨੇ। ਔਰ ਉਹਨਾਂ ਨੇ ਕੋਈ ਐਵੇਂ ਹੀ ਨਹੀਂ ਕੰਮ ਕਰ ਲਿਆ, ਉਹਨਾਂ ਨੇ ਸਾਰੇ ਤੱਥ, ਸਾਰੇ ਸਬੂਤ, ਸਾਰਾ ਰਿਕਾਰਡ ਚੈੱਕ ਕਰਕੇ ਔਰ ਉਹਦੇ ਬਾਅਦ ਆਪਣੀ ਰਿਪੋਰਟ ਦਾਇਰ ਕੀਤੀ। ਔਰ ਉਹਦੇ ਵਿੱਚ ਅਖੀਰ ਦੇ ਵਿੱਚ ਮੈਂ ਸਮਝਦਾ ਮੇਰੇ ਕੋਲ ਇਹ ਪੂਰੀ ਫਾਈਲ ਮੌਜੂਦ ਹੈ ਜੀ, ਇਹਦੇ ਵਿੱਚ ਸਾਰੀਆਂ ਗੱਲਾਂ ਲਿਖੀਆਂ ਹੋਈਆਂ ਕਿ ਵੀ ਇਹਦੇ ਵਿੱਚ ਇਹ ਲੋਕਾਂ ਦਾ ਕੁਦਰੇ ਵੀ ਕੋਈ ਦੋਸ਼ ਨਹੀਂ ਹੈ। ਔਰ ਉਸ ਸਮੇਂ ਦੇ ਵਿੱਚ ਸਿੰਘ ਸਾਹਿਬ ਗਿਆਨੀ ਇਕਬਾਲ ਸਿੰਘ ਜੀ ਆਪਣੇ ਅਹੁਦੇ ਤੇ ਹੀ ਨਹੀਂ ਨੇ,
ਤੇ ਆਪਾਂ ਉਸ ਜੀ ਤਨਖਾਹੀਏ ਨੂੰ ਕਿਵੇਂ ਕਹਿ ਸਕਦੇ ਹਾਂ ਵੀ ਇਹ ਤਨਖਾਹੀਏ ਨੇ ਜਾਂ ਉਹ ਹੁਕਮਨਾਮਾ ਸਹੀ ਸਾਬਤ ਹੈ। ਜੇ ਸਿੰਘ ਸਾਹਿਬ ਅੱਜ ਇਹ ਗੱਲ ਕਰ ਰਹੇ ਨੇ ਤੇ ਸਿੰਘ ਸਾਹਿਬ ਦੀ ਇਹ ਜ਼ਿੰਮੇਵਾਰੀ ਬਣਦੀ ਹੈ ਇਸ ਨੂੰ ਸਪਸ਼ਟੀਕਰਨ ਇਹਦਾ ਸਾਫ਼ ਸਪਸ਼ਟੀਕਰਨ ਦੇ, ਕਿਉਂਕਿ ਉਹਨਾਂ ਦੇ ਕਹਿਣ ਦੇ ਬਾਅਦ, ਕਿਉਂਕਿ ਇਕਬਾਲ ਸਿੰਘ ਹੋਰੀ ਤੇ ਮੈਨੂੰ ਪਤਾ ਸੀਗਾ ਕਿ ਵੀ ਉਹ ਆਪਣੇ ਅਹੁਦੇ ਤੇ ਨਹੀਂ ਨੇ। ਉਹਦਾ ਹਾਲਾਂਕਿ ਮਾਨਸਿਕ ਜਿਹੜੀ ਹੈ ਉਹ ਅੱਜ ਤੱਕ ਅਸੀਂ ਝੇਲਦੇ ਹਾਂ ਕਿ ਜਦੋਂ ਸਾਡੇ ਕੋਲ ਸੰਗਤ ਪੁੱਜਦੀ ਹੈ ਸਾਨੂੰ ਇਹ ਕਾਗਜ਼ ਦਿਖਾਣੇ ਪੈਂਦੇ ਨੇ, ਬਾਰ-ਬਾਰ ਇਹਦਾ ਸਪਸ਼ਟੀਕਰਨ ਦੇਣਾ ਪੈਂਦਾ ਕੌਮ ਲਈ। ਬੜੀ ਵੱਡੀ ਗੱਲ ਹੈ ਕਿਉਂਕਿ ਉਹਨਾਂ ਨੇ ਇਹਦੇ ਉੱਤੇ ਜਿਹੜਾ ਲੈਟਰ ਹੈਡ ਵਰਤਿਆ ਉਹ ਵਰਤਿਆ ਤਖਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦਾ, ਔਰ ਐਜ਼ ਅ ਜਥੇਦਾਰ ਆਪਣੇ ਆਪ ਨੂੰ ਸਾਈਨ ਕੀਤਾ ਹੈ, ਜਦਕਿ ਉਹ ਜਥੇਦਾਰ ਹੈ ਹੀ ਨਹੀਂ, ਉਹ ਸਿੰਘ ਸਾਹਿਬ ਹੀ ਨਹੀਂ ਹੈਗੇ, ਹਨਾ। ਇਹ ਬੜੀ ਵੱਡੀ ਗੱਲ ਹੈ। ਔਰ ਅੱਜ ਜਿਹੜਾ ਹੈ ਗਿਆਨੀ ਸਿੰਘ ਸਾਹਿਬ, ਅਗਰ ਗਿਆਨੀ ਰਣਜੀਤ ਸਿੰਘ ਜੀ ਇਹ ਕਹਿੰਦੇ ਨੇ ਕਿ ਜੀ ਇਹ ਤਨਖਾਹੀਆ ਨੇ ਔਰ ਉਹਨਾਂ ਨੇ ਪਿਛਲੇ ਸਿੰਘ ਸਾਹਿਬ ਨੇ ਕੀਤਾ, ਇਹਦਾ ਮਤਲਬ ਕਿ ਉਹ ਗਿਆਨੀ ਇਕਬਾਲ ਸਿੰਘ ਦਾ ਤਨਖਾਹੀਆ ਕੀਤਾ ਉਹਨੂੰ ਸਹੀ ਸਾਬਤ ਕਰ ਰਹੇ ਨੇ। ਔਰ ਜਿਹੜਾ ਕਮੇਟੀ ਨੇ ਕੱਢਿਆ ਜਾਂ ਜਿਹੜੀਆਂ ਕਮੇਟੀਆਂ ਦੀ ਰਿਪੋਰਟਾਂ ਨੇ ਉਹਨਾਂ ਨੇ ਸਾਰਿਆਂ ਨੂੰ ਝੁਠਲਾ ਦਿੱਤਾ ਵੇ। ਅਗਰ ਉਹ ਇਹ ਗੱਲ ਕਹਿੰਦੇ ਨੇ ਇਹਦਾ ਮਤਲਬ ਸਿੰਘ ਸਾਹਿਬ ਇਸ ਗੱਲ ਦੀ ਪੁਸ਼ਟੀ ਕਰ ਰਹੇ ਨੇ। ਔਰ ਜੇ ਅਗਰ ਉਹ ਪੁਸ਼ਟੀ ਕਰ ਰਹੇ ਨੇ ਤੇ ਮੈਂ ਸਮਝਦਾ ਵਾਂ ਅੱਜ ਦੇ ਦਿਨ ਮੇਰਾ ਕੀ ਜਿਹੜੇ ਹੋਰ ਮੈਂਬਰ ਨੇ ਅਗਰ ਉਹਨਾਂ ਨੂੰ ਇਹ ਸਮਝ ਆਵੇ ਤੇ ਸਾਡੇ ਲਈ ਤਾਂ ਉਹ ਫਿਰ ਉਹੀ ਦਿੱਕਤ ਹੈਗੀ ਹੈ ਜਿਹੜੀ ਕਿ ਗਿਆਨੀ ਇਕਬਾਲ ਸਿੰਘ ਹੋਰਾਂ ਵੇਲੇ ਸੀਗੀ। ਅਸੀਂ ਤਾਂ ਫਿਰ ਉੱਥੇ ਦੇ ਉੱਥੇ ਹੀ ਖੜੇ ਹੈਗੇ ਆ। ਬਈ ਸਮਾਂ ਪਾ ਕੇ, ਸਮਾਂ ਜ਼ਰੂਰ ਬੀਤਿਆ, ਸਮਾਂ ਬਦਲ ਗਿਆ, ਲੇਕਿਨ ਮੈਂ ਸਮਝਦਾ ਸ਼ਖਸੀਅਤਾਂ ਜਾਂ ਜਿਹੜੇ ਕਿਰਦਾਰ ਨੇ ਫਿਰ ਉਸ ਤਰ੍ਹਾਂ ਦੇ ਖਲੋ ਗਏ ਕਿ ਜਿਹੜੇ ਸੱਚ ਔਰ ਗੁਰਮਤ ਦੀ ਰੋਸ਼ਨੀ ਦੇ ਵਿੱਚ ਗੱਲ ਨਹੀਂ ਕਰ ਸਕਦੇ, ਜਾਂ ਪੱਖਪਾਤ ਰੱਖਦੇ ਨੇ, ਉੱਚ ਨੀਚ ਦੀਆਂ ਗੱਲਾਂ ਕਰਦੇ ਨੇ, ਆਪਣੀ ਈਰਖਾ ਰੱਖਦੇ ਨੇ, ਜਾਂ ਉਹਨਾਂ ਦੇ ਦਿਮਾਗ ਦੇ ਵਿੱਚ ਕਿਧਰੇ ਨਾ ਕਿਧਰੇ ਕੁਝ ਐਸੀਆਂ ਚੀਜ਼ਾਂ ਚੱਲ ਰਹੀਆਂ ਨੇ ਕਿ ਵੀ ਹਾਂਜੀ ਅਸੀਂ ਕਿਵੇਂ ਸਿਰਫ ਇੱਥੇ ਕਾਬਜ਼ ਰਹਿਣ ਦੀਆਂ ਗੱਲਾਂ ਨੇ। ਤੁਸੀਂ ਮੈਂ ਇਹ ਬੇਨਤੀ ਕਰਦਾ ਔਰ ਮੈਂ ਸਮੂਹ ਜਗਤ ਨੂੰ ਬੇਨਤੀ ਕਰਦਾ, ਕਿਉਂਕਿ ਸਿੰਘ ਸਾਹਿਬ ਦਾ ਅਹੁਦਾ, ਮੈਂ ਫਿਰ ਬੇਨਤੀ ਕਰ ਰਿਹਾ, ਬਾਰ-ਬਾਰ ਬੇਨਤੀ ਕਰ ਰਿਹਾ, ਸਿੰਘ ਸਾਹਿਬ ਦਾ ਅਹੁਦਾ ਬਹੁਤ ਵੱਡਾ ਸਤਿਕਾਰਕ ਅਹੁਦਾ ਹੈ। ਮੇਰਾ ਨਿੱਜੀ ਕੋਈ ਵੀ ਜਿਹੜਾ ਕਹਿ ਲਈਏ ਸਿੰਘ ਸਾਹਿਬ ਗਿਆਨੀ ਰਣਜੀਤ ਸਿੰਘ ਪ੍ਰਤੀ ਕੋਈ ਵੀ ਮੇਰਾ ਨਿੱਜੀ ਵਿਰੋਧ ਨਹੀਂ ਹੈ, ਮੇਰਾ ਕੋਈ ਨਿੱਜੀ ਵੈਰ ਨਹੀਂ ਹੈ ਉਹਨਾਂ ਦੇ ਨਾਲ। ਮੈਂ ਸਿਧਾਂਤਕ ਔਰ ਜਿਹੜੀਆਂ ਤੱਥਾਂ ਦੀਆਂ ਗੱਲਾਂ ਕਰਨਾ ਚਾਹਨਾ ਔਰ ਤੱਥਾਂ ਦੀਆਂ ਸਿਧਾਂਤਾਂ ਗੱਲਾਂ ਦਾ ਹੀ ਮੈਂ ਉਹਨਾਂ ਨਾਲ ਚਰਚਾ ਚਾਹਨਾ, ਔਰ ਮੈਂ ਚਾਹਨਾ ਕਿ ਉਹਨਾਂ ਕੋਲੋਂ ਜਵਾਬ ਵੀ ਜ਼ਰੂਰ ਮੈਨੂੰ ਮਿਲਣ, ਕਿਉਂਕਿ ਉਹ ਬੜੇ ਵੱਡੇ ਅਹੁਦੇ ਤੇ ਨੇ ਔਰ ਉਹਨਾਂ ਦੀ ਗੱਲ ਕੀਤੀ ਹੋਈ ਬੜੀ ਦੂਰ ਤੱਕ ਜਾਂਦੀ ਹੈ। ਜੇ ਉਹਨਾਂ ਵੱਲੋਂ ਇਹੋ ਜਿਹੇ ਨਿੱਕੇ ਜਿਹੇ, ਔਰ ਮੈਂ ਸਮਝਦਾ ਵਾਂ ਬਿਨਾਂ ਤੱਥਾਂ ਦੇ ਆਧਾਰ ਤੇ ਕੋਈ ਵੀ ਇੱਕ ਨਿੱਕਾ ਜਿਹਾ ਵੀ ਬਿਆਨ ਜਾਂਦਾ, ਉਹ ਕੌਮ ਦੇ ਵਿੱਚ ਬੜਾ ਗਲਤ ਮੈਸੇਜ ਜਾਂਦਾ ਹੈ। ਉਹਦੇ ਨਾਲ ਇਸ ਮੈਂ ਸਮਝਦਾ ਵਾਂ ਅਗਰ ਉਹ ਇਸ ਨੂੰ ਸੱਚ ਸਮਝਦੇ ਨੇ ਔਰ ਇਹ ਰਿਪੋਰਟਾਂ, ਇਹ ਮੈਂਬਰੀ ਕਮੇਟੀਆਂ ਦੀਆਂ ਜਿਹੜੀਆਂ 5 ਮੈਂਬਰੀ ਕਮੇਟੀਆਂ ਦੀਆਂ ਰਿਪੋਰਟਾਂ ਨੇ, ਹੁਣ ਦੀਆਂ ਅਵਤਾਰ ਸਿੰਘ ਮੱਕੜ ਉਹਨਾਂ ਦੇ ਬਿਆਨ ਨੇ, ਉਹ ਸਮੇਂ-ਸਮੇਂ ਸਿਰ ਜਿਹੜੀਆਂ ਚੀਜ਼ਾਂ ਆਈਆਂ ਨੇ ਉਹ ਸਾਰਿਆਂ ਨੂੰ ਝੁਠਲਾ ਕੇ ਸਿਰਫ ਇੱਕ ਗਿਆਨੀ ਇਕਬਾਲ ਸਿੰਘ ਹੋਰਾਂ ਵੱਲੋਂ ਸ਼ਾਇਦ ਇਹਨਾਂ ਨੂੰ ਦੱਸਿਆ ਹੋਵੇ ਕਿ ਵੀ ਉਹ ਜਿਹੜਾ ਤਨਖਾਹੀਆ ਕੀਤਾ ਹੈ, ਬਾਕੀ ਰਿਪੋਰਟਾਂ ਇਹਨਾਂ ਨੇ ਸਾਰੀਆਂ ਗੱਲਾਂ ਜਿਹੜੀਆਂ ਨੇ ਉਹ ਗੱਲਾਂ ਛੱਡ ਕੇ ਸਿਰਫ ਉਹ ਤਨਖਾਹੀਏ ਦੀ ਗੱਲ ਕਰ ਗਏ ਨੇ। ਮੈਂ ਸਮਝਦਾ ਇਹ ਬੜੀ ਮੇਰੇ ਲਈ ਤੇ ਬੜੀ ਦੁੱਖ ਦੀ ਗੱਲ ਹੈ ਕਿ ਵੀ ਸਿੰਘ ਸਾਹਿਬ ਵੀ ਜਿਹੜੀ ਹੈ ਸੱਚ ਦੀ ਰੋਸ਼ਨੀ ਤੋਂ ਔਰ ਗੁਰਮਤ ਦੇ ਸਿਧਾਂਤ ਤੋਂ ਸ਼ਾਇਦ ਕਿਧਰੇ ਨਾ ਕਿਧਰੇ ਪਰੇ ਜਾਣ ਦੀ ਗੱਲ ਕਰ ਰਹੇ ਨੇ। ਮੈਂ ਬੇਨਤੀ ਕਰਦਾ ਕਿ ਪੁਰਾਣੇ ਸਿੰਘ ਸਾਹਿਬਾਨਾਂ ਦਾ ਇਤਿਹਾਸ ਫਰੋਲਿਆ ਜਾਵੇ, ਇਸ ਸਿੰਘ ਸਾਹਿਬ ਦੀ ਪਦਵੀ ਦਾ ਮਾਣ ਵਧਾਉਣਾ, ਜਿੱਥੇ ਸਤਿਕਾਰ ਕਰਨਾ, ਜਿੱਥੇ ਹਰ ਸਿੱਖ ਦਾ ਫਰਜ਼ ਹੈ, ਮੇਰੇ ਸਮੇਤ ਹਰ ਸਿੱਖ ਦਾ ਫਰਜ਼ ਹੈ, ਉੱਥੇ ਹੀ ਜਿਹੜਾ ਸ਼ਖਸੀਅਤ ਇਸ ਗੱਦੀ ਤੇ ਬਿਰਾਜ ਹੈ ਜਾਂ ਜਿਸ ਨੂੰ ਇਹਦੀ ਸੇਵਾ ਮਿਲੀ ਹੈ, ਇਸ ਦਾ ਮਾਣ ਬਰਕਰਾਰ ਰੱਖਣਾ ਵੀ ਉਹਨਾਂ ਦਾ ਬੜਾ ਵੱਡੀ ਜ਼ਿੰਮੇਵਾਰੀ ਹੈ। ਨਾ ਕਿ ਇਹ ਇਹੋ ਜਿਹੀਆਂ ਬਿਨਾਂ ਤੱਥ ਦੇ ਆਧਾਰ ਤੇ ਔਰ ਨਵੀਆਂ ਗੱਲਾਂ ਕਰਕੇ ਇਸ ਦੇ ਉੱਤੇ, ਜੋ ਕਿ ਗਿਆਨੀ ਪੁਰਾਣੇ ਸਮੇਂ ਦੇ ਵਿੱਚ ਗਿਆਨੀ ਇਕਬਾਲ ਸਿੰਘ ਹੋਰੀ ਕਰਦੇ ਆਏ ਨੇ, ਤੇ ਸੇਮ ਉਸੀ ਲੀਕ ਤੇ ਨਾ ਜਾਈਏ। ਮੇਰੀ ਇਹ ਦੋਵੇਂ ਹੱਥ ਜੋੜ ਕੇ ਉਹਨਾਂ ਨੂੰ ਚਰਨਾਂ ਵਿੱਚ ਬੇਨਤੀ ਹੈ ਕਿ ਵੀ ਸੱਚ ਤੇ ਔਰ ਉਹਦੇ ਤੇ ਗੱਲ ਪੈਰਾ ਦਿਓ। ਮੈਂ ਉਹਨਾਂ ਨੂੰ ਇਸ ਦੇ ਬਾਰੇ ਇੱਕ ਪੱਤਰ ਵੀ ਈਮੇਲ ਕਰ ਰਿਹਾ ਔਰ ਉਹਨਾਂ ਦੇ WhatsApp ਤੇ ਵੀ ਭੇਜ ਰਿਹਾ, ਔਰ ਮੈਂ ਕੌਮ ਦੀ ਕਚਹਿਰੀ ਵਿੱਚ ਵੀ ਜਾਵਾਂਗਾ ਔਰ ਉਹਨਾਂ ਤੋਂ ਜਵਾਬ ਦੀ ਜ਼ਰੂਰ ਆਸ ਰੱਖਾਂਗਾ। ਔਰ ਅਖੀਰ ਦੇ ਵਿੱਚ ਮੈਂ ਆਪ ਜੀ ਨੂੰ ਫਿਰ ਬੇਨਤੀ ਕਰ ਰਿਹਾ ਕਿ ਮੈਂ ਹਰਪਾਲ ਸਿੰਘ ਜੌਲ ਦੇ ਖਿਲਾਫ ਹਾਂ। ਮੈਂ ਕੋਈ ਨਾ ਸਿਆਸੀ ਨਾ ਮੈਨੂੰ ਕੋਈ ਇਹੋ ਜਿਹੀ ਕੰਮ ਕਰਨਾ ਆਉਂਦਾ। ਅਗਰ ਹਰਪਾਲ ਸਿੰਘ ਜੌਲ ਸ਼ੈਲੀ ਮੈਂ ਦੇਖੀਏ, ਜੋ ਉਹਨਾਂ ਦੀ ਬੋਲਬਾਣੀ ਦੇਖੀਏ, ਉਸ ਹੋਏ ਮੈਂ ਉਹਨਾਂ ਦੇ ਪਰਸਨਲੀ ਮੇਰਾ ਉਹਨਾਂ ਨਾਲ ਵੀ ਕੋਈ ਵਿਰੋਧ ਨਹੀਂ ਹੈ, ਮੈਂ ਉਹਨਾਂ ਨੂੰ ਕੋਈ ਇੰਨਾ ਗੂੜਾ ਸਮਝਦਾ ਜਾਣਦਾ ਨਹੀਂ ਹਾਂ, ਬਟ ਉਹਨਾਂ ਦੀ ਕਾਰਜਸ਼ੈਲੀ, ਉਹਨਾਂ ਦੀ ਬੋਲਬਾਣੀ ਨੂੰ ਲੈ ਕੇ ਮੈਂ ਸਮਝਦਾ ਉਹ ਇਹੋ ਜਿਹੇ ਧਾਰਮਿਕ ਸਥਾਨਾਂ ਦੇ, ਕਿਸੇ ਵੀ ਧਾਰਮਿਕ ਸਥਾਨ ਦੇ ਕਿਧਰੇ ਵੀ ਮੈਂਬਰ ਹੋਣ ਦੇ ਲਾਇਕ ਨਹੀਂ ਹਨ। ਤੇ ਮੈਂ ਸਮੂਹ ਮੈਂਬਰ ਸਾਹਿਬਾਨਾਂ ਨੂੰ ਬੇਨਤੀ ਵੀ ਕਰਾਂਗਾ ਕਿ ਵੀ ਉਹਨਾਂ ਨੇ ਕੋਆਪਰੇਟ ਕਰਕੇ ਉਹਨਾਂ ਨੂੰ ਲਿਆਂਦਾ, ਤੇ ਸ਼ਾਇਦ ਅਗਰ ਉਹਨਾਂ ਕੋਲ ਕਾਨੂੰਨ ਦੇ ਵਿੱਚ, ਸੰਵਿਧਾਨ ਦੇ ਵਿੱਚ ਕੋਈ ਅਖਤਿਆਰ ਹੈ ਤੇ ਉਹਦੇ ਬਾਰੇ ਜ਼ਰੂਰ ਵਿਚਾਰ ਕਰਨ। ਔਰ ਹਰਪਾਲ ਸਿੰਘ ਜੌਲ ਨੂੰ ਵੀ ਆਪ ਜੀ ਦੇ ਰਾਹੀਂ ਇੱਕ ਮੈਸੇਜ ਦੇਵਾਂਗਾ
ਕਿ ਵੀ ਹਰਪਾਲ ਸਿੰਘ ਜੌਹਲ ਜੀ ਆਪ ਜਨਮ ਤੋਂ ਔਰ ਸਿੱਖੀ ਚਿਹਰੇ ਮੋਹਰੇ ਤੋਂ ਸਿੱਖੀ ਸਰੂਪ ਦੇ ਵਿੱਚੋਂ ਸਿੱਖ ਹੋ, ਤੇ ਆਪ ਜੀ ਦੀ ਬਾਣੀ ਇਸ ਤਰ੍ਹਾਂ ਦੀ ਨਹੀਂ ਹੋਣੀ ਚਾਹੀਦੀ। ਔਰ ਆਪ ਜੀ ਇੰਨੇ ਵੱਡੇ ਸਤਿਕਾਰਕ ਤਖਤ ਸਥਾਨ ਦੇ ਮੈਂਬਰ ਹੋ, ਆਪ ਜੀ ਨੂੰ ਵੀ ਆਪਣੇ ਵਿਚਾਰ ਜਿਹੜੇ ਨੇ ਸੋਚ ਸਮਝ ਕੇ ਰੱਖਣੇ ਚਾਹੀਦੇ ਹਨ, ਔਰ ਕਾਰਜ ਉਹ ਕਰਨੇ ਚਾਹੀਦੇ ਹਨ ਜਿਹੜੇ ਕੌਮ ਪੰਥ ਲਈ ਔਰ ਤਖਤ ਸਾਹਿਬ ਦੇ ਫਾਇਦੇ ਲਈ ਹੋਣ। ਔਰ ਦੂਸਰਾ ਮੈਂ ਫਿਰ ਆਪ ਜੀ ਨੂੰ ਬੇਨਤੀ ਕਰ ਰਿਹਾ ਕਿ ਜਿਸ ਤਰੀਕੇ ਨਾਲ ਗਿਆਨੀ ਸਿੰਘ ਸਾਹਿਬ ਜੀ ਨੇ ਇੱਕ ਪ੍ਰਬੰਧਕੀ ਢਾਂਚੇ ਦੇ ਵਿੱਚ ਗ੍ਰੰਥੀਆਂ ਦੀ, ਕੀਰਤਨੀਆਂ ਦੀ, ਕਥਾਵਾਚਕਾਂ ਦੀ ਡਿਊਟੀ ਦੀ ਗੱਲ ਔਰ ਤਬਾਦਲੇ ਦੀ ਗੱਲ ਔਰ ਉਹਨਾਂ ਦੀ ਨਿਯੁਕਤੀ ਨੂੰ ਲੈ ਕੇ ਗੱਲ ਕੀਤੀ ਹੈ, ਜਿੱਥੇ ਉਹਨਾਂ ਨੇ 40 ਸਾਲ ਦੀ ਉਮਰ ਦੀ ਗੱਲ ਕੀਤੀ ਹੈ। ਤੇ ਮੈਂ ਉਹਨਾਂ ਨੂੰ ਪੁੱਛਣਾ ਚਾਹਾਂਗਾ ਕਿ ਸਾਡੇ ਗੁਰੂ ਸਾਹਿਬ ਸਾਰਿਆਂ ਦੀ ਉਮਰ ਦਾ ਜਿਹੜਾ ਧਿਆਨ ਦੇਖ ਲੈਣ ਕਿ ਉਹਨਾਂ ਦੀ ਉਮਰਾਂ ਕਿੰਨੋ ਘੱਟੋ ਘੱਟ ਤੇ ਵੱਧੋ ਵੱਧ ਕਿੰਨੀਆਂ ਸਨ। ਉਹਦੇ ਬਾਅਦ ਪੰਥ ਦੇ ਵਿੱਚ ਇੰਨੀਆਂ ਮਹਾਨ ਸ਼ਖਸੀਅਤਾਂ ਹੋਈਆਂ ਨੇ, ਸਾਡੇ ਸਿੰਘ ਸਾਹਿਬ ਹੋਏ ਨੇ, ਸਾਡੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਹੋਏ ਨੇ, ਤਖਤ ਹਜ਼ੂਰ ਸਾਹਿਬ ਦੇ ਸਿੰਘ ਸਾਹਿਬ ਹੋਏ ਨੇ, ਉਹਨਾਂ ਸਾਰਿਆਂ ਦੀ ਉਮਰਾਂ ਜਿਹੜੀਆਂ ਨੇ ਇੱਕ ਵਾਰੀ ਵਾਚ ਲੈਣ ਔਰ ਉਹਦੇ ਬਾਅਦ ਗੱਲ ਕਰਨ। ਔਰ ਅੱਜ ਅਗਰ ਮੈਂ ਦੂਜੇ ਪਾਸੇ ਇਹ ਗੱਲ ਕਰਾਂ, ਗੁਰਮਤ ਤੋਂ ਛੱਡ ਕੇ ਕਾਨੂੰਨੀ ਗੱਲ ਵੀ ਕਰਾਂ ਤੇ 18 ਸਾਲ ਦੀ ਉਮਰ ਜਾਇਜ਼ ਗਣ ਲਿੱਤੀ ਜਾਂਦੀ ਹੈ, ਔਰ ਜੇ 21 ਸਾਲ ਦਾ ਬੰਦਾ ਵਿਆਹਿਆ ਗਿਆ ਉਹਦੇ ਸਿਰ ਤੇ ਜ਼ਿੰਮੇਵਾਰੀਆਂ ਵੱਧ ਜਾਂਦੀਆਂ ਨੇ। ਜੇ ਉਹਨੂੰ ਗੁਰਮਤ ਦਾ ਗਿਆਨ ਹੈ, ਉਹ ਕੀਰਤਨ ਕਰਨਾ ਜਾਣਦਾ ਹੈ, ਉਹ ਬਾਣੀ ਪੜ੍ਹਨਾ ਜਾਣਦਾ ਹੈ, ਜੇ ਉਹਨੂੰ ਸੇਵਾਵਾਂ ਨਹੀਂ ਮਿਲਣਗੀਆਂ ਤੇ ਉਹ ਆਪਣੇ ਘਰ ਵਿਹਾਰ ਦਾ ਵਿਵਹਾਰ 21 ਸਾਲਾਂ ਤੋਂ ਲੈ ਕੇ ਉਹ 40 ਸਾਲ ਦੀ ਉਮਰ ਤੱਕ ਦਾ ਉਹ ਕਿੱਥੇ ਕਰੇਗਾ? ਇਹਦਾ ਜਵਾਬ ਦਿਓ। ਇਹਦਾ ਮਤਲਬ ਉਹ ਸਾਰੇ ਇਸ ਪਾਸੋਂ ਹਟ ਕੇ ਜਿਹੜੇ ਕਿ ਅੱਗੇ ਹੀ ਮੈਨੂੰ ਸਮਝ ਆਉਂਦੀ ਹੈ ਕਿ ਵੀ ਕਈ ਮਹਿਸੂਸ ਕਰਦੇ ਨੇ ਕਿ ਵੀ ਇਹੋ ਜਿਹੇ ਅਹੁਦੇ ਜਿਹੜੇ ਨੇ ਇੱਕ ਗੁਲਾਮੀ ਵਾਲੇ ਅਹੁਦੇ ਬਣ ਚੁੱਕੇ ਨੇ। ਪ੍ਰਬੰਧਕ ਜਿਹੜੇ ਨੇ ਕਈ ਚੰਗੇ ਮਾੜੇ ਹਰ ਜਗ੍ਹਾ ਹੁੰਦੇ ਨੇ, ਤੇ ਮੈਂ ਸਮਝਦਾ ਵਾਂ ਫਿਰ ਲੋਕੀ ਇਸ ਪਾਸੇ ਆਉਣ ਤੋਂ ਹਟ ਜਾਣਗੇ, ਗੁਰੇਜ਼ ਕਰਨਗੇ। ਨਾ ਕੋਈ ਕੀਰਤਨੀਆ ਬਣੇਗਾ, ਨਾ ਕੋਈ ਕਥਾਵਾਚਕ ਬਣੇਗਾ, ਨਾ ਕੋਈ ਗ੍ਰੰਥੀ ਬਣੇਗਾ। ਉਹ ਫਿਰ ਕਹਿਣਗੇ ਵੀ ਠੀਕ ਹੈ, ਅਸੀਂ ਕੋਈ ਹੋਰ ਦਿਹਾੜੀਦਾਰੀ ਕੰਮ ਕਰੀਏ ਤੇ ਦੂਜੇ ਪਾਸੇ ਚਲੀਏ, ਤੇ ਫਿਰ ਕੌਮ ਨੂੰ ਸੇਧ ਕੌਣ ਦੇਗਾ? ਇਸ ਬਾਰੇ ਇਹਨਾਂ ਨੂੰ ਸੋਚਣਾ ਚਾਹੀਦਾ। ਔਰ ਮੈਂ ਸਮਝਦਾ ਵਾਂ ਕਿ ਆਪਣਾ ਉਹ ਇੱਕ ਸਿਫਾਰਿਸ਼ ਦੇ ਸਕਦੇ ਆ, ਆਦੇਸ਼, ਔਰ ਜੋ ਕੁਝ ਕਰਨ ਵਾਲਾ ਕੰਮ ਹੈਗਾ ਉਹ ਕਮੇਟੀ ਦਾ ਅਖਤਿਆਰ ਹੈਗਾ, ਉਹ ਕਮੇਟੀ ਕਰੇ। ਮੈਂ ਅਖੀਰ ਦੇ ਵਿੱਚ ਫਿਰ ਆਪ ਜੀ, ਮੈਂ ਸ਼ਾਇਦ ਕੋਈ ਘੱਟ ਵੱਧ ਗੱਲਾਂ ਕਹਿ ਗਿਆ ਵਾਂ ਤੇ ਉਹਦਾ ਖਿਮਾ ਦਾ ਜਾਚਕ ਹੈਗਾ ਵਾਂ। ਮੈਂ ਕਿਸੇ ਦੇ ਪਰਸਨਲ ਮੇਰੇ ਨਾਲ ਕੋਈ ਵਿਰੋਧ ਨਹੀਂ ਹੈ, ਕਿਸੇ ਨਾਲ ਵੀ। ਮੈਂ ਕਿਸੇ ਵੀ ਗੁਰਸਿੱਖ, ਅਸੀਂ ਸਾਰੇ ਇੱਕੋ ਪਿਤਾ ਦੇ ਪੁੱਤਰ ਹੈਗੇ ਆ। ਸਾਡੇ ਆਪਸੀ ਮਤਭੇਦ ਜ਼ਰੂਰ ਹੋ ਸਕਦੇ ਨੇ, ਲੇਕਿਨ ਮੇਰਾ ਕਿਸੇ ਨਾਲ ਕੋਈ ਵੈਰ ਵਟਾਂਦਰਾ ਨਹੀਂ ਹੈਗਾ। ਔਰ ਮੈਂ ਕਿਸੇ ਦੀ ਕੋਈ ਜ਼ਬਾਨ ਨਹੀਂ ਰੋਕ ਸਕਦਾ ਹੈਗਾ। ਮੈਂ ਸਿਰਫ ਬੇਨਤੀ ਕਰ ਸਕਦਾ ਔਰ ਇੱਕ ਆਪਣੇ ਵੱਲੋਂ ਇੱਕ ਮਸ਼ਵਰਾ ਹੀ ਦੇ ਸਕਦਾ ਵਾਂ। ਔਰ ਮੈਂ ਸਮਝਦਾ ਮੈਂ ਅੱਜ ਆਪ ਜੀ ਦੇ ਸਾਰੇ ਸਵਾਲਾਂ ਦਾ ਸ਼ਾਇਦ ਜਵਾਬ ਦੇ ਦਿੱਤਾ ਹੈ। ਜੇ ਕੋਈ ਹੋਰ ਰਹਿ ਗਿਆ ਤੇ ਆਪ ਜੀ ਮੈਨੂੰ ਪੁੱਛ ਸਕਦੇ ਹੋ। ਸੋ ਦਰਸ਼ਕੋ, ਇਹ ਸੀਗੇ ਸਰਦਾਰ ਭੁਪਿੰਦਰ ਸਿੰਘ ਸਾਧੂ ਜੀ, ਜੋ ਕਿ ਤਖ਼ਤ ਸ੍ਰੀ ਹਰਿਮੰਦਰ ਪਟਨਾ ਸਾਹਿਬ ਵਿਖੇ ਮੁੱਖ ਪ੍ਰਸ਼ਾਸਕ ਦੀ ਸੇਵਾ ਨਿਭਾ ਰਹੇ ਨੇ। ਅਕਸਰ ਅਸੀਂ ਦੇਖਿਆ ਜਾਂਦਾ ਹੈ ਕਿ ਜਦੋਂ ਕਮੇਟੀਆਂ ਦੀਆਂ ਗੱਲਾਂ ਹੁੰਦੀਆਂ ਨੇ ਜਾਂ ਗੁਰਦੁਆਰਿਆਂ ਦੇ ਵਿੱਚ ਕੋਈ ਵੀ ਗੱਲ ਹੁੰਦੀ ਹੈ ਤਾਂ ਉਹਨੂੰ ਬੜਾ ਵਧਾ ਚੜਾ ਕੇ ਜਿਹੜਾ ਉਹ ਦਿਖਾਇਆ ਜਾਂਦਾ, ਮਾਮਲੇ ਨੂੰ ਕਾਫੀ ਅੱਗੇ ਵਧਾਉਣ ਦੀ ਕੋਸ਼ਿਸ਼ ਜਿਹੜੀ ਆ ਉਹ ਕੀਤੀ ਜਾਂਦੀ ਹੈ। ਲੇਕਿਨ ਸਾਡੇ ਚੈਨਲ ਦੀ ਇਹ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਦੋਵੇਂ ਪੱਖਾਂ ਨੂੰ ਸਾਹਮਣੇ ਲੈ ਕੇ ਆਈਏ ਤਾਂ ਕਿ ਸੰਗਤ ਦੇ ਸਾਹਮਣੇ ਲਿਆਂਦਾ ਜਾਵੇ। ਫਿਰ ਸੰਗਤ ਹੀ ਫੈਸਲਾ ਕਰੇ ਕਿ ਅਸਲ ਦੇ ਵਿੱਚ ਗੁਰਦੁਆਰਿਆਂ ਦੇ ਵਿੱਚ ਕਿਸ ਤਰ੍ਹਾਂ ਦਾ ਪ੍ਰਬੰਧ ਜਿਹੜਾ ਹੈ ਉਹ ਹੋਣਾ ਚਾਹੀਦਾ ਹੈ। ਕਿਉਂਕਿ ਜੇ ਅਸੀਂ ਇੱਕ ਪੱਖ ਦੀ ਗੱਲ ਕਰਦੇ ਹਾਂ ਤਾਂ ਦੂਸਰੇ ਪੱਖ ਦੇ ਮਨ ਦੇ ਵਿੱਚ ਰਹਿ ਜਾਂਦਾ ਹੈ ਕਿ ਸ਼ਾਇਦ ਇਹ ਜਿਹੜਾ ਮੀਡੀਆ ਹੈ ਉਹਨਾਂ ਦੀ ਗੁਲਾਮੀ ਕਰ ਰਿਹਾ। ਲੇਕਿਨ ਸਾਡਾ ਇਸ ਤਰ੍ਹਾਂ ਦਾ ਕੋਈ ਮਕਸਦ ਨਹੀਂ ਹੈ। ਅਸੀਂ ਬਿਨਾਂ ਗੁਲਾਮੀ ਤੋਂ ਸਿਰਫ ਤੇ ਸਿਰਫ ਆਪਣੀ ਸੰਗਤ ਦੀ ਸੇਵਾ ਕਰਨ ਦੇ ਵਿੱਚ ਦਿਨ ਰਾਤ ਲੱਗੇ ਹੋਏ ਹਾਂ। ਸਾਡੀ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਹਰ ਖਬਰ ਨੂੰ ਜਿਹੜੇ ਅਸੀਂ ਆਪਣੇ ਦਰਸ਼ਕਾਂ ਦੇ ਤੱਕ ਪਹੁੰਚਾਉਂਦੇ ਰਹੀਏ। ਇਸੇ ਤਰ੍ਹਾਂ ਦੇ ਮਸਲੇ ਲੈ ਕੇ ਅਸੀਂ ਫਿਰ ਆਪ ਜੀ ਦੇ ਰੂਬਰੂ ਹੋਵਾਂਗੇ। ਜਦ ਤੱਕ ਤੁਸੀਂ ਦੇਖਦੇ ਰਹੋ VOK TV। ਹੁਣ ਮੈਨੂੰ ਬਲਜੀਤ ਕੌਰ ਅਤੇ ਸਰਦਾਰ ਭੁਪਿੰਦਰ ਸਿੰਘ ਸਾਧੂ ਜੀ ਨੂੰ ਸਾਨੂੰ ਹੁਣ ਦਿਓ ਇਜਾਜ਼ਤ ਜੀ। ਪਾਓ ਫਤਿਹ ਦੀ ਸਾਂਝ ਤੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।